पंकज बंदन सिमरो अंगद दुख निकंदन गुर अमरदास हृदय नित ध्याओ हृदय नित ध्याओ श्री गुरु रामदास गुण गाओ गुर अर्जन विघ्नन के नासक विघ्नन के नासक श्री हर गोबिंद शुभ सुमत प्रकाशक श्री हर राय नमो कर जोरी नमो कर जोरी श्री हर कृष्ण मनाओ बहोरी गुरु तेग बहादुर परम किरपाला वाहिगुरु परम किरपाला श्री गुरु गोबिंद सिंह विसाला तारो तारा तार पुन पुन सीसा वाहिगुरु पुन पुन सीसा बंदों बार बार जगदीशा जा मह अमृत ज्ञान है माणिक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए अंग संग कर प्रेम लगायो आत्म ज्ञान तुरत ही पायो अंग संग कर प्रेम लगायो आत्म ज्ञान तुरत ही पायो वाहिगुरु जी का खालसा वाहिगुरु जी की फतेह। पतित पावन करना निधान दीन दुनिया दे मालिक तन तन साहिब सतगुरु श्री गुरु ग्रंथ साहिब महाराज सच्चे पातशाह जी दी पावन पवित्र हजूरी अंदर जुड़ के सतगुरां दी अमृतमय बाणी दी कीर्तन दा लाहा प्राप्त कर रही साध संगत जीओ आप जी वड भागे हो जो निता प्रति कथा कीर्तन दा लाहा सतगुरां दे चरनां विच बैठ के प्राप्त करदे हो और अपने इस मनुखा जीवन नूं सफला बनाउंदे हो। साध संगत लड़ीवार गुर इतिहास दी विचार आप जी पिछले समय तो सुनते आ रहे हो। कल दे दीवान विच सारियां ने गुर इतिहास नूं इत्थों तक विचारिया श्रवण कीता। भाई मंझ साहब सेवा करदियां करदियां बहुत कठिन घालना घाली और उस कठिन घालना नूं घालदियां घालदियां एक दिन खूह विच डिगे ने। पंड सिर ते है बालन दी प्रेम नाल भिजे खूह विच खलोते होए ने।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਨਾਲ ਯਾਦ ਕਰਦੇ ਨੇ। ਗੁਰੂ ਸਾਹਿਬ ਜਲਦੀ ਨਾਲ ਪਹੁੰਚਦੇ ਨੇ। ਭਾਈ ਮੰਝ ਸਾਹਿਬ ਨੂੰ ਖੂਹ ਵਿੱਚੋਂ ਬਾਹਰ ਕੱਢਿਆ, ਉਸ ਦੀ ਸੇਵਾ ਤੇ ਪ੍ਰਸੰਨ ਹੋਏ, ਕਿਰਪਾ ਕੀਤੀ ਔਰ ਸਤਿਗੁਰਾਂ ਨੇ ਛਾਤੀ ਨਾਲ ਲਾ ਕੇ ਬਚਨ ਕੀਤੇ। ਆਖਿਆ, ਮੰਝ ਤੂੰ ਗੁਰੂ ਨੂੰ ਪਿਆਰਾ ਹੈ, ਗੁਰੂ ਤੈਨੂੰ ਪਿਆਰ ਕਰਦਾ ਹੈ, ਤੂੰ ਗੁਰੂ ਨਾਲ ਪਿਆਰ ਕਰਦਾ ਹੈ, ਤੂੰ ਗੁਰੂ का जहाज है, ਜਿਹਦੀ ਬਦੌਲਤ ਜਗਤ ਦਾ ਪਾਰ ਉਤਾਰਾ ਹੁੰਦਾ ਹੋਵੇਗਾ। ਸੇ ਤੇਰੀ ਸੰਗਤ ਵਿੱਚ ਕੋਈ ਵੀ ਬੈਠੇਗਾ, ਉਸ ਨੂੰ ਆਤਮ ਜੀਵਨ, ਨਾਮ ਜਪਣ ਦਾ ਸ਼ੌਕ ਤੇ ਚਾਹ, ਐਸੀਆਂ ਦਾਤਾਂ ਮਾਲਕ ਬਖਸ਼ਿਸ਼ ਕਰੇਗਾ। ਇਸ ਤਰ੍ਹਾਂ ਭਾਈ ਮੰਝ ਸਾਹਿਬ ਤੇ ਬਹੁਤ ਖੁਸ਼ੀ ਕੀਤੀ। ਗੁਰੂ ਕੇ ਸਵਾਰੂ ਇਦੂ ਅੱਗੇ ਪ੍ਰਸੰਗ ਦੀ ਵਿਚਾਰ ਅੱਜ ਦੇ ਦੀਵਾਨ ਵਿੱਚ ਪ੍ਰਾਰੰਭ ਕਰਨੀ ਹੈ। ਗੁਰੂ ਸਵਾਰੂ ਕੁਝ ਕਹਿਣ ਤੋਂ ਪਹਿਲਾਂ ਸੂ ਮਾਈ ਭਾਈ ਗੁਰਸਿੱਖ ਸੰਗਤਾਂ ਸਾਰੇ ਇੱਕ ਵਾਰੀ ਰਸਨਾ ਕਰੋ ਪਵਿੱਤਰ ਤੇ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਰਹਿਮਤ ਕਰੋ ਤੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਗ ਸੰਗ ਕਰ ਪ੍ਰੇਮ ਲਗਾਇਓ, ਆਤਮ ਗਿਆਨ ਤੁਰਤ ਹੀ ਪਾਇਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਭਾਈ ਮੰਝ ਸਾਹਿਬ ਨੂੰ ਬੜੇ ਪ੍ਰੇਮ ਵਿੱਚ ਆ ਕੇ ਪਾਤਸ਼ਾਹ ਜੀ ਨੇ ਆਪਣੇ ਅੰਗ ਨਾਲ ਲਾਇਆ। ਕਹਿਣ ਤੋਂ ਭਾਵ ਹੈ ਛਾਤੀ ਨਾਲ ਪਿਆਰ ਸਹਿਤ ਉਹਨੂੰ ਲਾ ਕੇ ਉਹਦੇ ਤੇ ਏਡੀ ਵੱਡੀ ਕਿਰਪਾ ਕਰ ਦਿੱਤੇ। ਜਦੋਂ ਉਹਨੇ ਸਤਿਗੁਰਾਂ ਦੇ ਗੁਰੂ ਕੇ ਸਵਾਰੂ ਸ਼ਰੀਰ ਨੂੰ ਛੋਇਆ, ਸਤਿਗੁਰਾਂ ਨੇ ਆਪਣੀ ਗਲਵਕੜੀ ਵਿੱਚ ਲਿਆ। ਬਸ ਉਸੇ ਵੇਲੇ ਹੀ ਭਾਈ ਮੰਝ ਨੂੰ ਆਤਮ ਗਿਆਨ ਜਿਹੜਾ ਸੀ ਪ੍ਰਾਪਤ ਹੋ ਗਿਆ। ਕਹਿਓ ਮੰਝ ਤੂੰ ਅਬ ਗ੍ਰਹਿ ਜਾਏ, ਹੇਤ ਗੁਰੂ ਕੇ ਦੇਗ ਚਲਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਐ ਭਾਈ ਮੰਝ ਹੁਣ ਤੂੰ ਆਪਣੇ ਘਰ ਜਾ। ਦੇਖੋ ਗੁਰੂ ਨੇ ਪ੍ਰਾਣਾ ਢਾਇਆ, ਨਵਾਂ ਗੁਰੂ ਕੇ ਸਵਾਰੂ ਆਤਮ ਜੀਵਨ ਦੇ ਕੇ ਹੁਣ ਨਵਾਂ ਭਾਈ ਮੰਝ ਨੂੰ ਉਹਦੀ ਨਵੀਂ ਸਾਰੀ ਜ਼ਿੰਦਗੀ ਹੀ ਨਵੀਂ ਸਿਰਜ ਦਿੱਤੀ ਹੈ। ਸਤਿਗੁਰੂ ਕਹਿਣ ਲੱਗੇ, ਭਾਈ ਮੰਝ ਹੁਣ ਤੂੰ ਆਪਣੇ ਘਰ ਜਾ ਤੇ ਘਰ ਜਾ ਕੇ ਤੂੰ ਹੁਣ ਗੁਰੂ ਕੀ ਦੇਗ ਚਲਾ, ਗੁਰੂ ਕੀ ਦੇਗ ਨੂੰ ਵਰਤਾ। ਜਿੱਥੇ ਭਾਈ ਮੰਝ ਗੁਰੂ ਕੇ ਸਵਾਰੂ ਸਖੀ ਸਰਵਰ ਨੂੰ ਸੀਰਨੀ ਆਦਿਕ ਦਿੰਦਾ ਸੀ, ਉੱਥੇ ਅੱਜ ਪਾਤਸ਼ਾਹ ਜੀ ਨੇ ਗੁਰਮਤ ਦਾ ਜੀਵਨ ਬਖਸ਼ਦਿਆਂ ਕਿਰਪਾ ਕੀਤੀ। ਕਹਿ ਲੱਗੇ, ਜਾ ਕੇ ਆਪਣੇ ਘਰ ਤੂੰ ਦੇਗ ਚਲਾਣੀ ਕਰ। ਨੌ ਨਿਧ ਸਿੱਧ 18 ਪਾਈ, ਕਰੋ ਸਮਾਜ ਜਿਤਕ ਮਨ ਭਾਈ। ਪਾਤਸ਼ਾਹ ਜੀ ਕਹਿਣ ਲੱਗੇ, ਐ ਮੰਝ ਤੈਨੂੰ 9 ਨਿਧੀਆਂ 18 ਸਿੱਧੀਆਂ ਸਦਾ ਹੀ ਤੇਰੇ ਪਾਸ ਰਹਿਣਗੀਆਂ। ਗੁਰੂ ਕੇ ਸਵਾਰੂ ਖਿਆਲ ਕਰਿਓ, ਜਿਹੜੇ ਸਰੀਰ ਬੰਦਗੀ ਕਰਦੇ ਨੇ ਉਹਨਾਂ ਬੰਦਗੀ ਕਰਨ ਵਾਲਿਆਂ ਵਾਸਤੇ, ਸਿੱਖੀ ਕਮਾਉਣ ਵਾਲਿਆਂ ਵਾਸਤੇ, ਸਿੱਖੀ ਦੀ ਘਾਲਣ ਵਾਲਿਆਂ ਵਾਸਤੇ ਸਾਹਿਬ ਨੇ ਬਚਨ ਕੀਤੇ ਵੀ ਜਿਹੜੇ ਸ਼ਬਦ ਨੂੰ ਰੋਜ਼ ਹਿਰਦੇ ਵਿੱਚ ਵਸਾ ਕੇ ਰੱਖਦੇ ਨੇ, ਕਹਿਣ ਦਾ ਭਾਵ ਨਾਮ ਜਪਦੇ ਨੇ, ਉਹਨਾਂ ਦੇ ਪਿੱਛੇ 9 ਨਿਧੀਆਂ ਤੇ 18 ਸਿੱਧੀਆਂ ਸਦਾ ਹੀ ਤੁਰੀਆਂ ਫਿਰਦੀਆਂ। ਪਾਤਸ਼ਾਹ ਦਾ ਜੀ ਦਾ ਬਚਨ ਹੈ, ਨਵ ਨਿਧੀ 18 ਸਿੱਧੇ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਏ। ਜਿਹੜਾ ਹਿਰਦੇ ਵਿੱਚ ਮਾਲਕ ਨੂੰ ਵਸਾਉਂਦਾ ਹੈ, ਇਹ ਬਰਕਤਾਂ ਗੁਰੂ ਕੇ ਸਵਾਰੂ ਆਪਣੇ ਆਪ ਉਹਦੇ ਪਿੱਛੇ ਤੁਰੀਆਂ ਫਿਰਦੀਆਂ ਨੇ। ਪਾਤਸ਼ਾਹ ਜੀ ਕਹਿਣ ਲੱਗੇ, 9 ਨਿਧੀਆਂ 18 ਸਿੱਧੀਆਂ ਮੱਧ ਭਾਈ ਮੰਝ ਤੇਰੇ ਪਾਸ ਰਹਿਣਗੀਆਂ। ਜਿੰਨੇ ਤੇਰੇ ਮਨ ਨੂੰ ਪਾਉਂਦੇ ਉਹਨੇ ਆਪਣੇ ਕਹਿੰਦੇ ਸਮਾਜ ਨੂੰ ਬਣਾ ਸਕਦਾ।
ਅੱਜ ਤੇਰਾ ਜੀਵਨ ਗੁਰਮਤ ਦਾ ਜੀਵਨ ਬਣਿਆ। ਹੁਣ ਕਹਿੰਦੇ ਜਿਵੇਂ ਮਰਜ਼ੀ ਤੂੰ ਵਿਚਰ, ਗੁਰੂ ਦਾ ਸ਼ਬਦ ਤੇਰੇ ਅੰਦਰ ਘਰ ਕਰ ਗਿਆ ਹੈ। ਤੂੰ ਜਿਵੇਂ ਮਰਜ਼ੀ ਸਮਾਜ ਤੇਰਾ ਸਤਿਕਾਰ ਮਾਨ ਕਰੇ ਮਾਲਕ ਕਿਰਪਾ ਕਰੇਗਾ। ਇਸੇ ਤਰ੍ਹਾਂ ਤੂੰ ਹੁਣ ਸਮਾਜ ਦੀ ਔਰ ਗੁਰੂ ਸਾਹਿਬ ਜੀ ਦੇ ਦਰਬਾਰ ਦਾ ਸੁਨੇਹਾ ਹਰ ਘਰ ਵਿੱਚ ਪਹੁੰਚਾਉਣ ਦਾ ਯਤਨ ਕਰ। ਹਿਮ ਕਹਿ ਛੱਡ ਡੇਰਣ ਕਹੋ ਆਏ, ਸਭ ਮੈਂ ਸੁਜਸ ਭਇਓ ਬਿਦਤਾਏ। ਗੁਰੂ ਕੇ ਸਵਾਰੂ ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮੰਝ ਸਾਹਿਬ ਨੂੰ ਬਚਨ ਬਲਾਸ ਕਹੇ। ਇਸ ਤਰ੍ਹਾਂ ਕਹਿ ਕੇ ਪਾਤਸ਼ਾਹ ਜੀ ਆਪਣੇ ਡੇਰੇ ਵਿੱਚ ਆਏ, ਵਾਪਸ ਆਏ ਨਾਲ ਲੈ ਕੇ ਭਾਈ ਮੰਝ ਨੂੰ, ਤੇ ਸਾਰੀ ਦੁਨੀਆ ਵਿੱਚ ਭਾਈ ਮੰਝ ਦਾ ਜਿਹੜਾ ਜਸ ਸੀ ਗੁਰੂ ਕੇ ਸਵਾਰਿਓ ਫੈਲ ਗਿਆ। ਸਾਰੇ ਲੋਕੀ ਕਹਿੰਦੇ ਬਈ ਕਮਾਲ ਕਰ ਦਿੱਤੇ, ਸਿੱਖ ਨੇ ਇੰਨੀ ਕਮਾਲ ਨਾਲ ਸਿੱਖੀ ਨੂੰ ਕਮਾਇਆ, ਇੰਨੀ ਦ੍ਰਿੜਤਾ ਨਾਲ ਸਿੱਖੀ ਨੂੰ ਕਮਾਇਆ ਹੈ। ਮੰਝ ਗਇਓ ਗ੍ਰਹਿ ਸਭ ਕੁਛ ਪਾਇਓ, ਇਸਤਰੀ ਪੁੱਤਰ ਸੁਤਾ ਗੁਣ ਗਾਇਓ। ਗੁਰੂ ਕੇ ਸਵਾਰਿਓ ਭਾਈ ਮੰਝ ਆਪਣੇ ਘਰ ਚਲਾ ਗਿਆ। ਉਹਨੇ ਸਭ ਕੁਝ ਹੁਣ ਪ੍ਰਾਪਤ ਕਰ ਲਿਆ। ਉਹਦੇ ਇਸਤਰੀ ਪੁੱਤਰ ਅਤੇ ਧੀਆਂ ਉਸ ਦੇ ਗੁਣ ਗਾਉਂਦੇ ਨੇ। ਉਹਨੂੰ ਸਾਰਾ ਕੁਝ ਹੀ ਗੁਰੂ ਕੇ ਸਵਾਰੂ ਅੱਜ ਮਾਲਕ ਨੇ ਬਖਸ਼ ਦਿੱਤਾ, ਕਿਉਂਕਿ ਪਹਿਲਾਂ ਕਿਹਾ ਸੀ ਤੇਰਾ ਕੁਝ ਨਹੀਂ ਰਹਿਣਾ। ਗੁਰੂ ਕੇ ਸਵਾਰਿਓ ਜਦੋਂ ਕੁਝ ਨਹੀਂ ਰਿਹਾ, ਫਿਰ ਸਤਿਗੁਰਾਂ ਨੇ ਅੰਦਰੋਂ ਧੋ ਕੇ ਨਿਰਮਲ ਕਰਕੇ ਸਿੱਖੀ ਅੰਦਰ ਵਸਾ ਕੇ ਅੱਜ ਪਾਤਸ਼ਾਹ ਜੀ ਨੇ ਫਿਰ ਸਾਜੋ ਸਮਾਨ ਸਾਰਾ ਕੁਝ ਬਖਸ਼ਿਸ਼ ਕਰ ਦਿੱਤਾ। ਸਾਰਿਆਂ ਨੇ ਭਾਈ ਮੰਝ ਦੇ ਸਾਰੇ ਪਰਿਵਾਰ ਨੇ ਗੁਣ ਗਾਏ ਖਾਨ। ਮਨ ਅਨੇਕ ਹੀ ਅੰਨ ਪਕਾਵੈ, ਗੁਰੂ ਅਰਥ ਅਰਥੀਨ ਅਚਾਵੈ। ਕਹਿ ਲਗੇ ਭਾਈ ਮੰਝ ਇੱਕ ਨਹੀਂ ਅਨੇਕਾਂ ਮਨ ਹੀ ਅੰਨ ਜਿਹੜਾ ਉਹਦੇ ਘਰ ਰੋਜ਼ ਪੱਕਦਾ ਹੈ। ਏਡਾ ਵੱਡਾ ਪ੍ਰਸ਼ਾਦਾ ਤਿਆਰ, ਲੰਗਰ ਤਿਆਰ ਹੁੰਦਾ ਹੈ, ਰੋਜ਼ ਉਹਦੇ ਘਰ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਹੈ। ਉਹ ਭਾਈ ਮੰਝ ਗੁਰੂ ਦੇ ਅਰਥ, ਗੁਰੂ ਦੀ ਸੇਵਾ ਜਾਣ ਕੇ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ ਹੈ। ਸਰਬ ਪਰਿਵਾਰ ਸੰਗ ਸੁਖ ਪਾਏ, ਭਇਓ ਮੁਕਤ ਗੁਰ ਕੇ ਗੁਣ ਗਾਏ। ਗੁਰੂ ਕੇ ਸਵਾਰ ਸਮੇਤ ਪਰਿਵਾਰ ਦੇ ਸਾਰਿਆਂ ਨੇ ਸੁਖ ਪ੍ਰਾਪਤ ਕੀਤਾ, ਕਿਉਂਕਿ ਪਰਿਵਾਰ ਨੇ ਵੀ ਇਹਦੇ ਸਿੱਖੀ ਕਮਾਉਣ ਵਿੱਚ ਗੁਰੂ ਕੇ ਸਵਾਰੂ ਬਹੁਤ ਵੱਡੀ ਹੈਲਪ ਕੀਤੀ ਹੈ, ਮਦਦ ਕੀਤੀ ਹੈ। ਸਾਰੇ ਪਰਿਵਾਰ ਨੂੰ ਵੀ ਸੁੱਖ ਮਿਲਿਆ। ਭਾਈ ਮੰਝ ਮੁਕਤ ਹੋਇਆ, ਗੁਰੂ ਦੇ ਗੁਣ ਗਾਏ, ਅੰਦਰੋਂ ਬਿਲਕੁਲ ਵਲ ਛਲ ਸਾਰੇ ਨਿਕਲ ਗਏ, ਨਿਰਮਲ ਹੋ ਗਿਆ ਮਨ, ਪਵਿੱਤਰ ਮਾਲਕ ਨੇ ਕਰ ਦਿੱਤਾ। ਸਹਿਓ ਕਸੌਟੀ ਉਤਰਿਓ ਪੂਰਾ, ਅੰਤ ਪਾਏ ਉੱਤਮ ਪਦ ਰੂਰਾ। ਕਹਿੰਦੇ ਨੇ ਇਸੇ ਤਰ੍ਹਾਂ ਭਾਈ ਮੰਝ ਜੀ ਨੇ ਕਸੌਟੀ ਨੂੰ ਸਹਿਆ, ਤੇ ਜਿਨੇ ਤਾ ਸਹਿਆ ਕਸੌਟੀ ਦਾ ਸਹਿਆ, ਗੁਰੂ ਕੇ ਸਵਾਰੂ ਉਹਨੂੰ ਹੀ ਇਹ ਦਾਤਾਂ ਮਿਲੀਆਂ। ਅੰਤ ਪਾਏ ਉੱਤਮ ਪਦ ਰੂਰਾ। ਜਿਹੜੇ ਤਾ ਸਹਿੰਦੇ ਨੇ, ਗੁਰੂ ਦੀ ਘਾਲਣਾ ਘੱਲਦੇ ਨੇ, ਗੁਰੂ ਕੇ ਸਵਾਰਿਓ ਮੁਸ਼ੱਕਤ ਕਰਦੇ ਨੇ, ਅਖੀਰ ਤੇ ਉਹਨਾਂ ਨੂੰ ਹੀ ਗੁਰੂ ਆਪਣੀ ਕਿਰਪਾ ਦੀਆਂ ਦਾਤਾਂ ਜਿਹੜਾ ਦਿੰਦਾ ਹੈ। ਜਿਹੜੇ ਘਾਲਣਾ ਘਾਲ ਕੇ ਦਿਨ ਰਾਤ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਕਮਾਉਂਦੇ ਖਾਨ। ਸ਼੍ਰੀ ਅੰਮ੍ਰਿਤਸਰ ਕੋ ਰਚਤ, ਗਮਨੇ ਗੋਇੰਦਵਾਲ। ਗੁਰੂ ਕੇ ਸਵਾਰੂ ਇਧਰ ਭਾਈ ਮੰਝ ਚਲਾ ਗਿਆ ਆਪਣੇ ਘਰ। ਇਹਦਾ ਜੀਵਨ ਸਤਿਗੁਰਾਂ ਨੇ ਪਵਿੱਤਰ ਕਰ ਦਿੱਤਾ। ਹੁਣ ਨਵੇਂ ਪ੍ਰਸੰਗ ਵਿੱਚ ਕਵੀ ਜੀ ਅਗਲਾ ਬਚਨ ਕਹਿੰਦੇ ਨੇ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਰਚਨਾ ਕਰਕੇ, ਉਸ ਦੀ ਰਚਨਾ ਕਰਨ ਤੋਂ ਬਾਅਦ ਗਰੀਬ ਨਵਾਜ ਪਾਤਸ਼ਾਹ ਕਿਰਪਾ ਕਰਕੇ ਗੁਰੂ ਕੇ ਸਵਾਰਿਓ ਫਿਰ ਗੋਇੰਦਵਾਲ ਚ ਗਏ ਖਾਨ। ਖਾਸੇ ਪਰ ਸ਼੍ਰੀ ਪ੍ਰਭ ਚੜੇ, ਸੰਗਤ ਸੰਗ ਵਿਸਾਲ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਪਾਲਕੀ ਵਿੱਚ ਬੈਠ ਕੇ ਅਨੇਕਾਂ ਸੰਗਤ ਨਾਲ ਹੈ,
ਤੇ ਪਾਤਸ਼ਾਹ ਜੀ ਅੰਮ੍ਰਿਤਸਰ ਤੋਂ ਗੋਇੰਦਵਾਲ ਵੱਲ ਗਮਨ ਕਰਦੇ ਹਨ। ਦੇਸ਼ ਵਿਦੇਸ਼ਨ ਸੰਗਤ ਆਵੈ, ਦਰਸ਼ਨ ਕਰ ਮਨ ਬਾਂਛਤ ਪਾਵੈ। ਦੇਸ਼ਾਂ ਵਿਦੇਸ਼ਾਂ ਦੀ ਗੁਰੂ ਕੇ ਸਵਾਰੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਸੰਗਤ ਆਉਂਦੀ ਹੈ। ਦੂਰ ਦੂਰ ਤੋਂ ਮਾਈ ਭਾਈ ਆਉਂਦੇ ਨੇ, ਦਰਸ਼ਨ ਕਰਦੇ ਨੇ ਸਤਿਗੁਰਾਂ ਦੇ। ਮਨ ਬਾਂਛਤ ਪਾਏ, ਜੋ ਕਿਸੇ ਦੀ ਮਨ ਦੀ ਭਾਵਨਾ ਹੈ, ਜੋ ਵੀ ਕੋਈ ਲੈਣਾ ਚਾਹੁੰਦਾ ਹੈ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਤੇ ਸਤਿਗੁਰੂ ਜੀ ਕਿਰਪਾ ਕਰਕੇ ਉਹੀ ਦਾਤ ਬਖਸ਼ਦੇ ਹਨ। ਆਨੇ ਅਨਕ ਪ੍ਰਕਾਰ ਅਕੋਰ, ਧਰ ਕਰ ਬੰਦਤ ਹੈ ਕਰ ਜੋਰ। ਗੁਰੂ ਕੇ ਸਵਾਰੋ ਕਹਿੰਦੇ ਲੋਕ ਸਤਿਗੁਰਾਂ ਦੇ ਪਾਸ ਆਉਂਦੇ ਨੇ, ਅਨੇਕਾਂ ਪ੍ਰਕਾਰ ਦੀਆਂ ਅਕੋਰ ਕਹੀਏ ਭੇਟਾ, ਗੁਰੂ ਨੂੰ ਭੇਟਾ ਲਿਆ ਕੇ ਅਰਪਣ ਕਰਦੇ ਨੇ। ਇਹ ਅਕੋਰ ਸ਼ਬਦ ਹੈ ਭੇਟਾ ਗੁਰਮਤਿ ਵਿੱਚ ਦਾਨ ਸ਼ਬਦ ਨਹੀਂ ਹੈ ਕਿ ਅਸੀਂ ਕਈ ਵਾਰੀ ਕਹਿੰਦੇ ਹਾਂ ਫਲਾਣਾ ਨੇ ਬੜਾ ਦਾਨ ਕੀਤਾ ਹੈ। ਗੁਰੂ ਕੇ ਸਵਾਰੋ ਨਹੀਂ, ਗੁਰੂ ਘਰ ਅੰਦਰ ਤਾਂ ਭੇਟਾ ਕੀ ਦਿੱਤੀ ਜਾ ਸਕਦੀ ਹੈ। ਲੋਕ ਆਉਂਦੇ ਨੇ, ਸੰਗਤਾਂ ਆਉਂਦੀਆਂ ਨੇ, ਪਿਆਰ ਨਾਲ ਭੇਟਾਵਾਂ ਅਰਪਣ ਕਰਦੀਆਂ ਨੇ ਤੇ ਅਰਪਣ ਕਰਕੇ ਨਮਸਕਾਰ ਕਰਕੇ ਹੱਥ ਜੋੜ ਕੇ ਸਤਿਗੁਰੂ ਜੀ ਆਸੀਸ ਪ੍ਰਾਪਤ ਕਰਦੀਆਂ ਹਨ। ਜਾਮ ਜਾਮਨੀ ਤੇ ਗੁਰ ਜਾਗੈ, ਸੋਚਾਚਾਰ ਕਰਹਿ ਅਨੁਰਾਗੈ। ਕਹਿੰਦੇ ਨੇ ਸਤਿਗੁਰੂ ਜੀ ਪਹਿਰ ਰਾਤ ਰਹਿੰਦਿਆਂ ਗੁਰੂ ਜੀ ਜਾਗ ਪੈਂਦੇ ਨੇ। ਸੰਗਤਾਂ ਗੁਰਸਿੱਖ ਉਹ ਵੀ ਪਹਿਰ ਰਾਤ ਰਹਿੰਦਿਆਂ ਜਾਗ ਪੈਂਦੇ ਨੇ। ਜਾਗ ਕੇ ਸੋਚਾਚਾਰ ਕਰਨ ਅਨੁਰਾਗੇ ਇਸ਼ਨਾਨ ਪਾਣੀ ਨਾਲ ਕਰਨ ਚਲੇ ਜਾਂਦੇ ਨੇ, ਇਸ਼ਨਾਨ ਕਰਨ ਵਾਸਤੇ, ਕਿਉਂਕਿ ਗੁਰੂ ਕੇ ਸਵਾਰੋ ਅੰਮ੍ਰਿਤ ਵੇਲੇ ਦੀ ਬਹੁਤ ਵੱਡੀ ਮਹਾਨਤਾ ਹੈ। ਐਸਾ ਨਹੀਂ ਕਿ ਜਦੋਂ ਬਾਣੀ ਪੜ੍ਹੀਏ ਉਦੋਂ ਹੀ ਅੰਮ੍ਰਿਤ ਵੇਲਾ, ਨਹੀਂ। ਗੁਰੂ ਕੇ ਸਵਾਰਿਓ ਦਿਨ ਦਾ ਉਹ ਪਹਿਰ ਜਿਹਨੂੰ ਆਪਾਂ ਕਹਿੰਦੇ ਹਾਂ, ਜਿਸ ਪਹਿਰ ਦੀ ਹੁਣੇ ਕਵੀ ਸੰਤੋਖ ਸਿੰਘ ਸਾਹਿਬ ਗੱਲ ਕਰਦੇ ਨੇ ਵੀ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦਿਆਂ ਜਾਗਣਾ, ਉੱਠਣਾ ਅੰਮ੍ਰਿਤ ਵੇਲੇ ਤੇ ਅੰਮ੍ਰਿਤ ਵੇਲੇ ਉੱਠ ਕੇ ਉਸ ਪਿਆਰੇ ਦੀ ਯਾਦ ਵਿੱਚ ਜੁੜ ਜਾਣਾ, ਉਸ ਦੇ ਚਿੰਤਨ ਵਿੱਚ ਜੁੜ ਜਾਣਾ, ਸਿਮਰਨ ਵਿੱਚ ਜੁੜ ਜਾਣਾ। ਇਸ ਤਰ੍ਹਾਂ ਗੁਰੂ ਕੇ ਸਵਾਰਿਓ ਬਖਸ਼ਿਸ਼ਾਂ ਜਿਹੜੀਆਂ ਨੇ ਉਹ ਪ੍ਰਾਪਤ ਹੁੰਦੀਆਂ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਖੁਦ ਆਪ ਸਮਰੱਥ ਨੇ, ਨਿਰੰਕਾਰ ਦਾ ਸਰੂਪ ਨੇ, ਜਿਨ੍ਹਾਂ ਨੂੰ ਭੱਟਾ ਨੇ ਇਹਨਾਂ ਬਚਨਾਂ ਨਾਲ ਪਿਆਰ ਸਤਿਕਾਰ ਦਿੱਤਾ ਹੈ। ਤੇ ਹੈ ਵੀ ਸੱਚ, ਉਹਨਾਂ ਨੇ ਕਿਹਾ ਪਾਤਸ਼ਾਹ ਜੀਓ ਧਰਨ ਗਗਨ ਨਵ ਖੰਡ ਮੈਂ, ਜੋਤ ਸਭ ਰੂਪੀ ਰਹਿਓ ਭਰ, ਭਨ ਮਥੁਰਾ ਕਿਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਖਸ਼ਾਤ ਨਿਰੰਕਾਰ ਦਾ ਸਰੂਪ ਹਨ। ਕਹਿੰਦੇ ਇਸ ਗੱਲ ਵਿੱਚ ਕੋਈ ਭੇਦ ਨਹੀਂ। ਉਹ ਪ੍ਰਤੱਖ ਹਰ ਸਤਿਗੁਰੂ ਜੀ ਸਿੱਖਾਂ ਨੂੰ ਗੁਰਮਤਿ ਦੀ ਕਾਰ ਵੀ ਸਿਖਾਉਂਦੇ ਨੇ। ਇਸ ਕਰਕੇ ਆਪ ਵੀ ਪਹਿਰ ਰਾਤ ਰਹਿੰਦੇ ਆ ਪਾਤਸ਼ਾਹ ਜੀ ਗੁਰੂ ਕੇ ਸਵਾਰੋ ਜਾਗਦੇ ਨੇ, ਸਿੱਖ ਵੀ ਜਾਗਦੇ ਨੇ ਤੇ ਸਾਰੇ ਫਿਰ ਇਸ਼ਨਾਨ ਕਰਨ ਲਈ ਚਲੇ ਜਾਂਦੇ ਹਨ। ਸੀਤਲ ਜਲ ਤੇ ਕਰਹਿ ਇਸ਼ਨਾਨ, ਲਾਏ ਸਮਾਦ ਧਰਹਿ ਉਰ ਧਿਆਨ। ਕਵੀ ਜੀ ਕਹਿੰਦੇ ਨੇ ਪਿਆਰ ਨਾਲ ਫਿਰ ਠੰਡੇ ਜਲ ਦੇ ਨਾਲ ਇਸ਼ਨਾਨ ਕਰਦੇ ਨੇ। ਇਸ਼ਨਾਨ ਕਰਨ ਤੋਂ ਬਾਅਦ ਫਿਰ ਸਮਾਧ ਲਾ ਕੇ, ਸਮਾਧੀ ਲਾ ਕੇ ਹਿਰਦੇ ਦੇ ਅੰਦਰ ਸ਼ਬਦ ਦਾ ਧਿਆਨ ਗੁਰੂ ਕੇ ਸਵਾਰਿਓ ਕਰਦੇ ਨੇ। ਖਿਆਲ ਕਰਿਓ ਓਪਰੀ ਨਜ਼ਰੇ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ, ਕਈ ਵਾਰੀ ਕੋਈ ਸੋਚ ਸਕਦਾ ਕਿ ਸਮਾਧੀ ਸ਼ਬਦ ਸ਼ਾਇਦ ਸਾਡੇ ਵਿੱਚ ਵੀ ਹੈ। ਹਾਂ ਪਿਆਰਿਓ, ਸਤਿਗੁਰਾਂ ਨੇ ਬਚਨ ਕੀਤਾ ਵੀ ਜਦੋਂ ਇੱਕ ਟੱਕ ਚੌਂਕੜਾ ਮਾਰ ਕੇ ਨੇਤਰ ਬੰਦ ਕਰਕੇ ਅੰਦਰ ਸ਼ਬਦ ਦਾ ਅਭਿਆਸ ਕਰੀਏ, ਕੇਵਲ ਸ਼ਬਦ ਰਹਿ ਜਾਏ, ਕੋਈ ਹੋਰ ਫੁਰਨਾ ਨਾ ਬਚੇ, ਖਿਆਲ ਨਾ ਬਚੇ, ਉਸ ਅਵਸਥਾ ਵਿੱਚ, ਉਸ ਮੁੰਦਰਾ ਵਿੱਚ ਬਹਿਣ ਵਾਲੇ ਨੂੰ ਕਹਿੰਦੇ ਨੇ ਇਹ ਸਮਾਧੀ ਵਿੱਚ ਬੈਠਾ ਹੈ। ਪਾਤਸ਼ਾਹ ਜੀ ਨੇ ਜ਼ਿਕਰ ਵੀ ਕੀਤਾ ਹੈ। ਉਹ ਕਹਿੰਦੇ ਨੇ ਜਦੋਂ ਗੁਰੂ ਕਿਸੇ ਤੇ ਖੁਸ਼ ਹੋਇਆ, ਉਹਨੇ ਕਿਰਪਾ ਕੀਤੀ ਤੇ ਸਮਾਧੀ ਦੀ ਦਾਤ ਬਖਸ਼ਿਸ਼ ਕੀਤੇ, ਸਹਿਜ ਦੀ ਦਾਤ ਬਖਸ਼ਿਸ਼ ਕੀਤੇ, ਸੁਖ ਦੀ ਦਾਤ ਬਖਸ਼ਿਸ਼ ਕੀਤੇ। ਆਪਾਂ ਬਚਨ ਪੜ੍ਹਦੇ ਆ ਨਾ,
ਉਹ ਕਹਿੰਦੇ ਨੇ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰ ਦੀਨ। ਪੂਰੇ ਗੁਰੂ ਨੇ ਕਿਰਪਾ ਕੀਤੀ, ਸਹਿਜ ਦਿੱਤਾ। ਨਿੱਕੀ ਨਿੱਕੀ ਗੱਲ ਨਾਲ ਪਿੱਛੇ ਮੈਂ ਕਾਲਾ ਪੈ ਜਾਂਦਾ ਸਾਂ, ਪਰ ਸ਼ਾਂਤੀ ਦੇ ਦਿੱਤੀ, ਸਹਿਜ ਬਖਸ਼ ਦਿੱਤਾ। ਗੁਰੂ ਨੇ ਕਿਰਪਾ ਕਰਕੇ ਆਨੰਦ ਬਖਸ਼ ਦਿੱਤਾ। ਗੁਰੂ ਨੇ ਕਿਰਪਾ ਕਰਕੇ ਜਿਹੜਾ ਮਨ ਵਾਰ-ਵਾਰ ਫੁਰਨੇ ਬਣਾਉਂਦਾ ਤੇ ਢਾਂਦਾ ਸੀ, ਗੁਰੂ ਕੇ ਸਵਾਰੇ ਉਸ ਸਾਰੇ ਫੁਰਨਿਆਂ ਨੂੰ ਬਿਲਕੁਲ ਖਤਮ ਕਰਕੇ ਬਿਲਕੁਲ ਮਨ ਨੂੰ ਨਿਤਾਰ ਦਿੱਤਾ, ਨਿਰਮਲ ਕਰ ਦਿੱਤਾ, ਸਮਾਧ ਬਖਸ਼ ਦਿੱਤੇ। ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ। ਗੁਰੂ ਨੇ ਇਹ ਅਹਿਸਾਸ ਕਰਾ ਦਿੱਤਾ ਵੀ ਸਜਣਾ ਰੱਬ ਤੇਰੇ ਅੰਗ ਸੰਗ ਹੈ, ਇਹਨੂੰ ਕਦੀ ਆਪਣੇ ਤੋਂ ਦੂਰ ਨਾ ਜਾਣੀ। ਜਿੱਦਣ ਤੂੰ ਦੂਰ ਸਮਝ ਲਿਆ ਉਦਣ ਪਾਪ ਕਰਨੇ ਸ਼ੁਰੂ ਕਰ ਦੇਵੇਂ। ਜਿੱਦਣ ਨੇੜੇ ਜਾਣੇਗਾ ਤੂੰ ਪਾਪ ਨਹੀਂ ਕਰ ਸਕੇਗਾ, ਜੀਵਨ ਪਵਿੱਤਰ ਰਹੇਗਾ। ਨਿਕਟ ਪੇਖੈ ਸੋ ਬੁਰਾ ਕਿਉਂ ਕਰੈ। ਕੋਈ ਰੱਬ ਨੂੰ ਨੇੜੇ ਵੇਖੇ ਕਾਹਦੇ ਲਈ ਬੁਰਾ ਕਰੇ। ਖੈਰ ਗੁਰੂ ਕੇ ਸਵਾਰੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਿਆਰ ਸਹਿਤ ਇਸ਼ਨਾਨ ਕਰਨ ਤੋਂ ਬਾਅਦ ਸਮਾਧੀ ਵਿੱਚ ਇੱਕ ਟੱਕ ਬੈਠ ਜਾਂਦੇ ਹਨ। ਨਿਜ ਸਰੂਪ ਮਹਿ ਥਿਰਤਾ ਗਹੈ ਪੁੰਨ ਪਾਪ ਜਹ ਲਿਪਤ ਨ ਆਹੈ। ਤੇ ਉਸ ਸਮਾਧੀ ਵਿੱਚ ਜਦੋਂ ਬੈਠਦੇ ਨੇ ਆਪਣੇ ਨਿਜ ਸਰੂਪ ਵਿੱਚ ਸਥਿਰ ਹੁੰਦੇ ਨੇ। ਬੰਦੇ ਦਾ ਨਿਜ ਸਰੂਪ ਕੀ ਹੈ? ਬੰਦੇ ਦਾ ਨਿਜ ਸਰੂਪ ਆ ਸਰੀਰ ਨਹੀਂ, ਖਿਆਲ ਕਰਿਓ। ਜੇ ਇਹ ਸਰੂਪ ਹੀ ਇਹਦਾ ਸਥਿਰ ਹੁੰਦਾ, ਇਹ ਸਰੂਪ ਹੀ ਇਹਦਾ ਆਪਣਾ ਹੁੰਦਾ, ਤੇ ਸਮਾਂ ਪਾ ਕੇ ਸਰੀਰ ਕਿਉਂ ਫਿਰ ਖਤਮ ਹੋਵੇ। ਇਹੋ ਜਿਹੇ ਸਰੀਰਾਂ ਵਿੱਚ ਤਾਂ ਪਤਾ ਨਹੀਂ ਕਿੰਨੀ ਵਾਰੀ ਇਹ ਹੋ ਕੇ ਆਇਆ। ਬਚਨ ਸਤਿਗੁਰਾਂ ਦੇ ਪੜ੍ਹਦੇ ਆ, ਸਾਹਿਬ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ। ਇਹਦਾ ਅਰਥ ਹੈ ਵੀ ਇਹੋ ਜਿਹੇ ਜਿਹੜੇ ਸਰੀਰ ਨੇ ਪਤਾ ਨਹੀਂ ਕਿੰਨੇ ਕੁ ਵਸਾਏ ਨੇ, ਕਿੰਨੇ ਕੁ ਲੈ ਕੇ ਆਏ, ਕਿੰਨੇ ਕੁ ਫਿਰ ਬਿਨਸ ਗਏ। ਤਾਂ ਪਾਤਸ਼ਾਹ ਕਹਿਣ ਲੱਗੇ ਇਹ ਨਿਜ ਸਰੂਪ ਤੇਰਾ ਸਰੀਰ ਨਹੀਂ ਹੈ, ਨਿਜ ਸਰੂਪ ਤੇਰਾ ਮਨ ਨਹੀਂ ਹੈ, ਨਿਜ ਸਰੂਪ ਤੇਰਾ ਚਿੱਤ ਨਹੀਂ ਹੈ, ਨਿਜ ਸਰੂਪ ਤੇਰਾ ਅੰਦਰ ਆਂਤੜੀਆਂ ਹੱਡ ਮਿੱਝ ਮਾਸ ਨਹੀਂ ਹੈ। ਨਿਜ ਸਰੂਪ ਤੇਰਾ ਜਿਹੜਾ ਹੈ ਉਹਨੂੰ ਬਾਣੀ ਵਿੱਚ ਕਿਹਾ ਹੈ ਜੋਤ। ਉਹਨੂੰ ਬਾਣੀ ਵਿੱਚ ਕਿਹਾ ਹੈ ਪ੍ਰਭੂ ਦਾ ਸਰੂਪ ਤੇਰਾ ਨਿਜ ਸਰੂਪ ਹੈ। ਬਚਨ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਐ ਮਨਾ ਤੂੰ ਤੇ ਜੋਤੀ ਸਰੂਪ ਹੈ, ਤੂੰ ਆਪਣਾ ਮੂਲ ਕਿਉਂ ਨਹੀਂ ਪਹਿਚਾਣਦਾ? ਉਸ ਮੂਲ ਨੂੰ ਦੀ ਪਹਿਚਾਣ ਸ਼ਬਦ ਨਾਲ ਹੁੰਦੀ, ਅਭਿਆਸ ਨਾਲ ਹੁੰਦੀ। ਤੇ ਪਾਤਸ਼ਾਹ ਜੀ ਨੇ ਬਚਨ ਕੀਤਾ, ਆਪਾਂ ਬਾਣੀ ਵਿੱਚ ਵੀ ਪੜ੍ਹਦੇ ਹਾਂ। ਕਹਿੰਦੇ ਡੱਡਾ ਡੇਰਾ ਇਹ ਨਹੀਂ, ਜਿਹੇ ਡੇਰਾ ਤਹਿ ਜਾਣ। ਅੱਜ ਜਿਹਨੂੰ ਤੂੰ ਆਪਣਾ ਡੇਰਾ ਸਮਝਿਆ, ਸਭ ਕੁਝ ਸਮਝਿਆ, ਇਹ ਤੇਰਾ ਡੇਰਾ ਨਹੀਂ ਹੈ, ਇਹ ਤੇਰਾ ਟਿਕਾਣਾ ਨਹੀਂ ਹੈ। ਤੇਰਾ ਟਿਕਾਣਾ ਹੈ ਨਿਜ ਸਰੂਪ। ਤੇ ਪੁੱਛਿਆ ਜੀ ਉਸ ਟਿਕਾਣੇ ਦਾ ਬੋਧ ਕਿਵੇਂ ਪ੍ਰਾਪਤ ਹੁੰਦਾ ਹੈ? ਤਾਂ ਸਾਹਿਬ ਕਹਿੰਦੇ ਨੇ ਊਹਾਂ ਡੇਰਾ ਕਾ ਸੰਜਮੋ ਗੁਰ ਕੈ ਸ਼ਬਦ ਪਛਾਣ। ਉਸ ਡੇਰੇ ਦਾ ਸੰਜਮ ਮਰਿਆਦਾ ਤਰੀਕਾ ਕੇਵਲ ਗੁਰੂ ਦੇ ਸ਼ਬਦ ਨਾਲ ਤੈਨੂੰ ਸਮਝ ਆਉਣਾ ਹੈ। ਜਿੰਨਾ ਜਿਵੇਂ ਤੂੰ ਅਭਿਆਸ ਕਰੇਗਾ, ਜਿੰਨਾ ਅਭਿਆਸ ਕਰੇਗਾ ਮੂਲ ਮੰਤਰ ਦਾ, ਗੁਰ ਮੰਤਰ ਦਾ। ਗੁਰੂ ਕੇ ਸਵਾਰੋ ਵਧੇਰੇ ਕਰਕੇ ਅਸੀਂ ਗੁਰਮੰਤਰ ਦਾ ਅਭਿਆਸ ਤੇ ਕਰਦੇ ਹਾਂ, ਪਰ ਬਤਾਤ ਵਿੱਚ ਸ਼ਾਇਦ ਮੂਲ ਮੰਤਰ ਦਾ ਅਭਿਆਸ ਨਹੀਂ ਕਰਦੇ। ਪਰ ਪੰਜਾਂ ਪਿਆਰਿਆਂ ਨੇ ਗੁਰਸਿੱਖ ਨੂੰ ਦੋਵੇਂ ਮੰਤਰ ਬਖਸ਼ੇ ਨੇ, ਮੂਲ ਮੰਤਰ ਵੀ ਔਰ ਗੁਰ ਮੰਤਰ ਵੀ। ਦੋਹਾਂ ਦਾ ਅਭਿਆਸ ਵੱਧ ਤੋਂ ਵੱਧ ਕਰਨ ਨਾਲ ਆਪਣੇ ਸਵੈ ਸਰੂਪ ਦੀ ਜੀਵ ਨੂੰ ਸਮਝ ਆਉਂਦੀ। ਖੈਰ ਗੁਰੂ ਸਾਹਿਬ ਕਹਿੰਦੇ ਨੇ, ਕਵੀ ਜੀ ਆਖਦੇ ਵੇ ਨਿਜ ਸਰੂਪ ਵਿੱਚ ਜੁੜਦੇ ਨੇ, ਜਿੱਥੇ ਪੁੰਨ ਪਾਪ ਜੈ ਲਿਪਤ ਨਾ ਹੈ। ਜਿਸ ਸਰੂਪ ਨੂੰ ਨਾ ਪੁੰਨ ਹੈ ਨਾ ਪਾਪ ਦਾ ਕੋਈ ਲੇਪ ਹੈ,
ਜਿਹੜਾ ਸ਼ੁੱਧ ਸਰੂਪ ਹੈ। ਚੇਤਨ ਸ਼ੁੱਧ ਅਖੰਡ ਆਨੰਦ, ਇਕ ਰਸ ਆਤਮ ਸਦਾ ਮੁਕੰਦ। ਗੁਰੂ ਜੀ ਮੁਕਤੀ ਦੇ ਦਾਤੇ, ਗੁਰੂ ਜੀ ਚੇਤਨ ਅਖੰਡ ਆਨੰਦ ਤੇ ਇੱਕ ਰਸ ਜਿਹੜਾ ਆਤਮ ਸਰੂਪ ਹੈ, ਉਹ ਹੈ ਚੇਤਨ। ਅਖੰਡ, ਉਹ ਖੰਡਤ ਨਹੀਂ ਹੁੰਦਾ, ਆਨੰਦ ਸਰੂਪ ਹੈ, ਸਤ ਚਿਤ ਆਨੰਦ। ਉਸ ਆਤਮ ਸਰੂਪ ਵਿੱਚ ਜਿਹੜਾ ਇਹੋ ਜਿਹਾ ਸਰੂਪ ਹੈ, ਉਸ ਵਿੱਚ ਪਾਤਸ਼ਾਹ ਜੀ ਜੁੜਦੇ ਹਨ। ਆਸਾ ਵਾਰ ਰਬਾਬੀ ਗਾਵੇ, ਸੰਗਤ ਸੁਨੇ ਕਲੂਕ ਨਸਾਵੇ। ਉਸ ਤੋਂ ਬਾਅਦ ਫਿਰ ਦਰਬਾਰ ਦੀ ਮਰਿਆਦਾ ਨਿਤ ਦੀ, ਉਹ ਕਿਹੜੀ ਹੈ? ਉਹ ਕਹਿੰਦੇ ਨੇ ਵੀ ਆਸਾ ਦੀ ਵਾਰ ਦਾ ਕੀਰਤਨ ਰਾਗੀ ਰਬਾਬੀ ਸਿੰਘ ਪਿਆਰ ਸਹਿਤ ਗਾਉਂਦੇ ਨੇ ਤੇ ਸੰਗਤ ਸੁਣੇ। ਆਸਾ ਦੀ ਵਾਰ ਨੂੰ ਸੰਗਤ ਸੁਣਦੀ ਹੈ, ਕਲੂਖ ਨਸਾਵੇਂ, ਆਪਣੇ ਜਿਹੜੇ ਪਾਪ ਨੇ ਉਹਨਾਂ ਨੂੰ ਸੰਗਤਾਂ ਸੁਣ ਸੁਣ ਕੇ ਆਸਾ ਦੀ ਵਾਰ ਨੂੰ ਦੂਰ ਕਰਦੀਆਂ ਨੇ। ਆਸਾ ਦੀ ਵਾਰ ਇਹ ਮਰਿਆਦਾ ਗੁਰੂ ਕੇ ਸਵਾਰ, ਗੁਰੂ ਕੇ ਵੀ ਸਿੱਖ ਆਸਾ ਦੀ ਵਾਰ ਦਾ ਕੀਰਤਨ ਵੀ ਕਰੇ ਔਰ ਸੁਣੇ ਵੀ। ਇਸ ਆਸਾ ਦੀ ਵਾਰ ਵਿੱਚ ਪਾਤਸ਼ਾਹ ਜੀ ਨੇ ਸਾਰੀਆਂ ਗੱਲਾਂ ਮਨੁੱਖੀ ਜ਼ਿੰਦਗੀ ਦੀਆਂ ਇਹਨੂੰ ਸਮਝਾ ਕੇ ਤੇ ਮਨੁੱਖ ਜੀਵਨ ਨੂੰ ਮਾਲਕ ਦੇ ਚਰਨਾਂ ਵਿੱਚ ਕਿਵੇਂ ਜੋੜਨਾ ਹੈ, ਇਹ ਸਾਰੀ ਜੁਗਤ ਪ੍ਰਦਾਨ ਕੀਤੀ ਹੈ। ਇਹ ਰਸਤਾ ਦੱਸਿਆ ਕਿਵੇਂ ਵਹਿਮਾਂ ਭਰਮਾਂ ਪਖੰਡਾਂ ਤੋਂ ਸਾਵਧਾਨ ਹੋ ਕੇ ਰਹਿਣਾ, ਕਿਵੇਂ ਨਾਮ ਦਾ ਅਭਿਆਸ ਕਰਨਾ, ਕਿਵੇਂ ਹਿਰਦੇ ਵਿੱਚ ਕਿਰਪਾ ਨੂੰ ਲੈਣਾ। ਜਿਵੇਂ ਉਹ ਕਹਿੰਦੇ ਨੇ ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ। ਇਸ ਆਸਾ ਦੀ ਵਾਰ ਚ ਕਹਿੰਦੇ। ਫਿਰ ਪਾਤਸ਼ਾਹ ਜੀ ਕਹਿਣ ਲੱਗੇ ਵੀ ਧਿਆਨ ਦੇਈ, ਜਿੱਦਣ ਤੂੰ ਗੁਰੂ ਤੋਂ ਦੂਰ ਹੋਇਆ, ਇਸੇ ਬਾਣੀ ਵਿੱਚ ਕਹਿੰਦੇ ਨੇ, ਤੇ ਤੇਰੀ ਹਾਲਤ ਉਹਨਾਂ ਤਿਲਾਂ ਵਰਗੀ ਹੋਵੇਗੀ ਜਿਹੜੇ ਬੀਜੇ ਤਾਂ ਗਏ, ਵੱਡੇ ਵੀ ਹੋ ਗਏ, ਫਲੀਆਂ ਵੀ ਲੱਗ ਗਈਆਂ, ਪਰ ਉਹਨਾਂ ਦੀਆਂ ਫਲੀਆਂ ਵਿੱਚ ਤਿਲ ਹੋਣ ਦੀ ਬਜਾਏ ਸਵਾਹ ਆ ਗਈ। ਤੇ ਜਿਨ੍ਹਾਂ ਫਲੀਆਂ ਵਿੱਚ ਸਵਾਹ ਆਈ ਉਹਨੂੰ ਮਾਲਕ ਲੈ ਕੇ ਨਹੀਂ ਗਿਆ। ਪੁੱਛਿਆ ਵੀ ਇਹਨਾਂ ਨੂੰ ਕਿਉਂ ਛੱਡ ਚੱਲਣਾ, ਇਹਨਾਂ ਨੂੰ ਕਿਉਂ ਨਹੀਂ ਲਿਜਾਂਦਾ ਘਰ? ਉਹ ਜਵਾਬ ਦਿੰਦਾ ਇਹ ਕਿਸੇ ਕੰਮ ਦੇ ਨਹੀਂ, ਇਹਨਾਂ ਵਿੱਚ ਸਵਾਹ ਹੈ। ਫਿਰ ਕਹਿੰਦੇ ਮਾਲਕ ਨੇ ਛੱਡਿਆ, ਹੋਰ ਉਹਨਾਂ ਨੂੰ ਬਾਲਣ ਵਾਲੇ, ਚੁੱਲ੍ਹੇ ਵਿੱਚ ਬਾਲਣ ਵਾਲੇ ਕਈ ਉਹਨਾਂ ਦੇ ਮਾਲਕ ਬਣ ਗਏ, ਜਿਨ੍ਹਾਂ ਨੇ ਉਹਨੂੰ ਵੱਢਿਆ ਤੇ ਚੁੱਲ੍ਹੇ ਵਿੱਚ ਬਾਲ ਲਿਆ। ਇਸੇ ਤਰ੍ਹਾਂ ਪਾਤਸ਼ਾਹ ਕਹਿਣ ਲੱਗੇ ਜਿੱਦਣ ਗੁਰੂ ਤੈਨੂੰ ਭੁੱਲ ਗਿਆ, ਦੂਰ ਹੋ ਗਿਆ ਨਾ ਤੂੰ ਗੁਰੂ ਤੋਂ, ਤੇ ਉਹਨਾਂ ਤਿਲਾਂ ਵਰਗੀ ਹਾਲਤ ਹੋ ਜਾਏਗੀ। ਇਸ ਕਰਕੇ ਤੈਨੂੰ ਕਹਿਣਾ ਵੀ ਗੁਰੂ ਤੋਂ ਕਦੀ ਦੂਰ ਨਾ ਹੋਈ, ਗੁਰੂ ਦੇ ਸਿਮਰਨ ਤੋਂ ਕਦੀ ਦੂਰ ਨਾ ਹੋਈ। ਆ ਬਚਨ ਕਰਦੇ ਨੇ ਨਾ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ। ਸੁਚੇਤ ਦਾ ਮਤਲਬ ਇੱਥੇ ਅਰਥ ਹੈ ਜਿਹੜੇ ਬੜੇ ਚਲਾਕ ਬਣਦੇ, ਬੜੇ, ਜਿਹਨੂੰ ਆਪਾਂ ਤੇਜ ਕਹਿੰਦੇ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਦਿਓ। ਜਿਵੇਂ ਤਿਲਾਂ ਤੋਂ ਬਿਨਾਂ ਜਿਹੜੇ ਤਿਲ ਸਨ ਉਹ ਫਲੀਆਂ ਛੱਡ ਦਿੱਤੀਆਂ ਗਈਆਂ। ਛੁੱਟੇ ਤਿਲ ਬੁਆੜ ਦਿਓ, ਸੁਣੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆਂ, ਕਹੋ ਨਾਨਕ ਸੌ ਨਾ, ਫਲਿਆਂ ਫੁੱਲਿਆਂ ਬਪੜੇ ਪੀ ਧਨ ਵਿੱਚ ਸੁਆ। ਇਹ ਆਸਾ ਦੀ ਵਾਰ ਵਿੱਚ ਹੀ ਸਮਝਾਉਂਦੇ ਨੇ, ਕਿਰਪਾ ਕਰ ਦਿਓ। ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਵੀ ਰਬਾਬੀ ਆਸਾ ਦੀ ਵਾਰ ਬੜੇ ਪਿਆਰ ਨਾਲ ਲਾਉਂਦੇ ਨੇ ਤੇ ਸੰਗਤ ਉਸ ਆਸਾ ਦੀ ਵਾਰ ਨੂੰ ਗੁਰੂ ਕੇ ਸਵਾਰੇ ਸੁਣਦੀ। ਬਹੁਤ ਪਹਿਲਾ ਸਮਾਂ ਸੀ, ਅੱਜ ਤੋਂ 20-25 ਸਾਲ ਪਹਿਲਾਂ ਗੁਰੂ ਕੇ ਚਰਨਾਂ ਵਿੱਚ ਸਵੇਰੇ ਬਹੁਤ ਭਾਰੀ ਤਾਦਾਦ ਵਿੱਚ ਸੰਗਤਾਂ, ਜਿੱਥੇ ਜਿੱਥੇ ਗੁਰੂ ਘਰ ਬਣੇ ਹੁੰਦੇ ਸਨ, ਬਣੇ ਨੇ ਪਿਆਰਿਓ, ਉੱਥੇ ਆਸਾ ਦੀ ਵਾਰ ਵੇਲੇ ਹਾਲ ਭਰੇ ਹੁੰਦੇ ਸਨ ਵੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ਰਵਣ ਕਰਨਾ ਹੈ। ਅੱਜ ਗੁਰੂ ਕੇ ਸਵਾਰੋ ਕੇਵਲ
ਰਾਗੀ ਜਾਂ ਰਬਾਬੀ ਸਿੰਘ ਜਿਹੜਾ ਕੋਈ ਕੀਰਤਨ ਕਰਦਾ ਉਹੀ ਹੁੰਦਾ, ਜਾਂ 2-4-10 ਸਰੀਰ ਹੁੰਦੇ ਨੇ, ਜਿੱਥੇ ਹੁੰਦੇ ਨੇ ਮੁਬਾਰਕ। ਪਰ ਆਸਾ ਦੀ ਵਾਰ ਸੁਣਨ ਨਾਲ ਸਾਨੂੰ ਗੁਰੂ ਕੇ ਸਵਾਰੋ ਅੰਦਰੋਂ ਜਾਗਣ ਦੀ ਮਾਲਕ ਕਿਰਪਾ ਕਰਦੇ ਨੇ। ਕਵੀ ਜੀ ਉਹਦਾ ਜ਼ਿਕਰ ਕਰਦੇ ਨੇ ਵੀ ਸੰਗਤ ਬੈਠਦੀ ਏ, ਕੀਰਤਨ ਸੁਣਦੀ ਹੈ ਤੇ ਆਪਣੇ ਪਾਪ ਜਿਹੜੇ ਨੇ ਉਹ ਦੂਰ ਕਰਦੀ ਹੈ। ਅਨੇਕ ਭਾਂਤ ਕੇ ਸੁੰਦਰ ਰਾਗ, ਮਿਲ ਬੈਠਤ ਸਿੱਖ ਜਿਨ ਬੜ ਭਾਗ। ਕਹਿ ਲਗੇ ਜਿਹੜੇ ਰਬਾਬੀ ਸਿੰਘ ਕੀਰਤਨ ਕਰਦੇ ਨੇ, ਕਿਉਂਕਿ ਰਾਗੀ ਸਿੰਘ ਹੁਣ ਕੀਰਤਨ ਕਰਨ ਲੱਗੇ। ਰਬਾਬੀ ਦਾ ਮਤਲਬ ਹੈ ਜਿਨ੍ਹਾਂ ਕੋਲ ਰਬਾਬ ਹੋਵੇ। ਇਤਿਹਾਸ ਵਿੱਚ ਤੰਤੀ ਸਾਜ਼ਾਂ ਦਾ ਰਬਾਬ ਦਾ ਜ਼ਿਕਰ ਆਇਆ। ਰਬਾਬ ਗੁਰਮਤ ਕੀਰਤਨ ਦਾ ਪਹਿਲਾ ਸਾਜ਼ ਹੈ। ਭਾਈ ਮਰਦਾਨਾ ਸਾਹਿਬ ਨੇ ਰਬਾਬ ਪਕੜੀ, ਜਿਹਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਵੀ ਕਰਦੇ ਨੇ ਵੀ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਅਕਾਲ ਸਰੂਪ ਬਾਬਾ ਧੰਨ ਗੁਰੂ ਨਾਨਕ ਸਾਹਿਬ ਤੇ ਦੂਜਾ ਰਬਾਬੀ ਭਾਈ ਮਰਦਾਨਾ। ਰਬਾਬੀ ਸਿੱਖਾਂ ਨੇ ਕੀਰਤਨ ਕਰਨਾ। ਉਹ ਫਿਰ ਰਾਗਾਂ ਵਿੱਚ ਕੀਰਤਨ ਕਰਦੇ ਨੇ। ਅਨਕ ਭਾਂਤ ਕੇ ਸੁੰਦਰ ਰਾਗਾਂ ਵਿੱਚ ਕੀਰਤਨ ਕਰਦੇ। ਆਸਾ ਜੀ ਦੀ ਵਾਰ ਆਸਾ ਰਾਗ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਰੀ ਅੰਮ੍ਰਿਤ ਬਾਣੀ ਪਿਆਰੋ ਰਾਗਾਂ ਵਿੱਚ। ਮੇਰੇ ਵੱਡੇ ਮਹਾਂਪੁਰਖਾਂ ਨੇ ਬਹੁਤ ਵੱਡਾ ਇਸ ਰਾਗਾਂ ਦੇ ਪ੍ਰਚਾਰ ਦਾ ਕਾਰਜ ਕੀਤਾ। ਸ਼੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਬਾਣੀ ਜਵਦੀ ਟਕਸਾਲ। ਰਾਗਾਂ ਵਿੱਚ ਗੁਰੂ ਕੀ ਬਾਣੀ ਹੈ ਸਾਰੀ। 31 ਰਾਗ ਨੇ ਤੇ 31 ਹੀ ਮਿਸ਼ਰਤ ਰਾਗ ਨੇ। ਮਿਸ਼ਰਤ ਦਾ ਮਤਲਬ ਹੈ 2-2, ਜਿਵੇਂ ਬਲਾਵਲ ਗਾਉਂਡ। ਉਹਦਾ ਜ਼ਿਕਰ ਕਵੀ ਸੰਤੋਖ ਸਿੰਘ ਸਾਹਿਬ ਕਰਦੇ ਨੇ ਵੀ ਰਾਗਾਂ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਤੇ ਸੰਗਤਾਂ ਪਿਆਰ ਨਾਲ ਸੁਣਦੀਆਂ ਨੇ। ਵੱਡੇ ਭਾਗਾਂ ਵਾਲੇ ਸੁਣ ਕੇ ਆਤਮਿਕ ਆਨੰਦ ਪ੍ਰਾਪਤ ਕਰਦੇ ਹਨ। ਪ੍ਰਭ ਸੋ ਰਾਗ ਵਿਸ਼ੈ ਵੈ ਰਾਗ, ਉਪਜੇ ਚਿਤ ਮੈਂ ਭਗਤੀ ਲਾਗ। ਜਿਉਂ-ਜਿਉਂ ਕਹਿੰਦੇ ਆਸਾ ਦੀ ਵਾਰ ਸੁਣਨੀ, ਤਿਉਂ-ਤਿਉਂ ਪ੍ਰਭੂ ਦੇ ਨਾਲ ਰਾਗ। ਇੱਥੇ ਰਾਗ ਦਾ ਅਰਥ ਹੈ ਪ੍ਰੇਮ। ਆਪਾਂ ਕਹਿੰਦੇ ਹਾਂ ਵੀ ਰਾਗ ਦਵੈਖ। ਦਵੈਖ ਦਾ ਮਤਲਬ ਈਰਖਾ, ਰਾਗ ਦਾ ਮਤਲਬ ਹੈ ਪ੍ਰੇਮ। ਕਹਿੰਦੇ ਨੇ ਜਿਉਂ-ਜਿਉਂ ਆਸਾ ਦੀ ਵਾਰ ਬਾਣੀ ਸੁਣਨੀ, ਕੀਰਤਨ ਸੁਣਨਾ, ਤਿਉਂ-ਤਿਉਂ ਰੱਬ ਦੇ ਨਾਲ, ਪਰਮੇਸ਼ਵਰ ਦੇ ਨਾਲ ਪ੍ਰੇਮ ਬਣਨਾ। ਤੇ ਦੂਸਰੇ ਪਾਸੇ ਵਿਸ਼ੇ ਵਿਰਾਗ, ਰੱਬ ਨਾਲ ਨੇੜਤਾ ਬਣਨੀ, ਪ੍ਰੇਮ ਬਣਨਾ ਤੇ ਵਿਸ਼ੇ ਵਿਕਾਰ ਜਿਹੜੇ ਨੇ ਉਹਨਾਂ ਤੋਂ ਵਿਰਾਗ ਦਾ ਅਰਥ ਇੱਥੇ ਹੈ, ਉਹਨਾਂ ਤੋਂ ਦੂਰੀ ਬਣ ਜਾਣਾ। ਜਿਉਂ-ਜਿਉਂ ਕੀਰਤਨ ਸੁਣਨਾ, ਗੁਰਸਿੱਖਾਂ ਵੱਡੇ ਭਾਗਾਂ ਵਾਲਿਆਂ ਨੇ, ਤਿਉਂ-ਤਿਉਂ ਉਹਨਾਂ ਨੇ ਗੁਰੂ ਦੇ ਨੇੜੇ ਹੁੰਦੇ ਜਾਣਾ। ਤੇ ਵਿਸ਼ੇ ਵਿਕਾਰਾਂ ਤੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਤੋਂ ਗੁਰੂ ਕੇ ਸਵਾਰ ਦੂਰੀ ਬਣਦੀ ਜਾਣੀ। ਕਿਉਂਕਿ ਮਨ ਬਾਣੀ ਸੁਣਨ ਦੇ ਨਾਲ ਨਿਰਮਲ ਹੁੰਦਾ ਜਾਂਦਾ ਹੈ। ਅੰਮ੍ਰਿਤ ਕੇ ਸਮ ਅੰਮ੍ਰਿਤ ਕਾਲ, ਸੁਨ ਸੁਨ ਗੁਰ ਕੇ ਸ਼ਬਦ ਨਿਹਾਲ। ਕਹਿਣਗੇ ਚਿੱਤ ਵਿੱਚ ਭਗਤੀ ਉਤਪਨ ਹੁੰਦੀ ਹੈ ਕੀਰਤਨ ਸੁਣਨ ਨਾਲ। ਅੰਮ੍ਰਿਤ ਕੇ ਸਮ ਅੰਮ੍ਰਿਤ ਕਾਲ, ਅੰਮ੍ਰਿਤ ਵੇਲੇ ਕਹਿਣ ਲੱਗੇ ਸਾਰੇ ਅੰਮ੍ਰਿਤ ਰੂਪੀ ਸ਼ਬਦ ਨਾਲ ਜੁੜਦੇ ਨੇ। ਇੱਕ ਅੰਮ੍ਰਿਤ ਵੇਲਾ, ਇੱਕ ਅੰਮ੍ਰਿਤ ਸ਼ਬਦ, ਦੋਵਾਂ ਦਾ ਸੁਮੇਲ। ਜਿਨੇ ਅੰਮ੍ਰਿਤ ਵੇਲਾ ਸਾਂਭ ਲਿਆ ਤੇ ਅੰਮ੍ਰਿਤ ਸ਼ਬਦ ਨਾਲ, ਨਾਮ ਨਾਲ ਜੁੜ ਗਿਆ, ਉਹਨੂੰ ਸਾਰਾ ਕੁਝ ਮਿਲ ਗਿਆ। ਕਈ ਵਾਰੀ ਬੇਨਤੀ ਕਰੀ ਦੀ ਏ, ਉਹ ਸਿੱਖ ਕਿੱਡਾ ਵੱਡਾ ਭਾਗਾਂ ਵਾਲਾ ਹੈ ਜਿਹਨੂੰ ਗੁਰੂ ਨੇ 3 ਦਾਤਾਂ ਦੇ ਦਿੱਤੀਆਂ ਨੇ। ਕਿਹੜੀਆਂ? ਇੱਕ ਅੰਮ੍ਰਿਤ ਵੇਲਾ, ਇੱਕ ਅੰਮ੍ਰਿਤ ਦੀ ਦਾਤ। 2, ਇੱਕ ਅੰਮ੍ਰਿਤ ਵੇਲਾ, ਦੂਜਾ ਅੰਮ੍ਰਿਤ ਦੀ ਦਾਤ ਤੇ ਤੀਜਾ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ।
ਜਿਹਨੂੰ ਗੁਰੂ ਨੇ ਕਿਰਪਾ ਕਰਕੇ ਆ ਦਾਤਾਂ ਦੇ ਦਿੱਤੀਆਂ, ਗੁਰੂ ਕੇ ਸਵਾਰੋ ਉਸ ਸਿੱਖ ਦਾ ਜੀਵਨ ਲੋਕ ਪਰਲੋਕ ਸੁਖੀ ਤੇ ਸੇਲਾ ਹੋ ਗਿਆ। ਕਵੀ ਸੰਤੋਖ ਸਿੰਘ ਸਾਹਿਬ ਕਹਿੰਦੇ ਨੇ ਵੀ ਬੜੇ ਪਿਆਰ ਦੇ ਨਾਲ ਅੰਮ੍ਰਿਤ ਵੇਲੇ ਜੁੜਦੇ ਨੇ ਅੰਮ੍ਰਿਤ ਰੂਪੀ ਸ਼ਬਦ ਨਾਲ। ਸੁਣ ਸੁਣ ਗੁਰ ਕੇ ਸ਼ਬਦ ਨਿਹਾਲ, ਜਿਉਂ ਜਿਉਂ ਸੰਗਤ ਸਿੱਖ ਸੇਵਕ ਆਸਾ ਜੀ ਦੀ ਵਾਰ ਨੂੰ ਸੁਣਦੇ ਨੇ, ਸ਼ਬਦ ਸੁਣਦੇ ਨੇ ਗੁਰੂ ਕੇ, ਸੁਣ ਸੁਣ ਕੇ ਗੁਰੂ ਕੇ ਸਵਾਰੋਂ ਨਿਹਾਲ ਹੁੰਦੇ ਨੇ, ਪ੍ਰਸੰਨ ਹੁੰਦੇ ਨੇ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਜਲਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀ। ਅਯੋ ਜੀ ਗੁਰੂ ਕੇ ਸਵਾਰਿਓ ਅਵਸਥਾ ਬਣ ਰਹੀ ਹੈ। ਹੋਰ ਹੋਤ ਸ਼੍ਰੀ ਅਰਜਨ ਨਾਥ, ਕੁੰਕਮ ਚੰਦਨ ਤਿਲਕ ਸੁਮਾਥ। ਗੁਰੂ ਕੇ ਸਵਾਰਿਓ ਸਵੇਰੇ ਦਿਨ ਚੜ੍ਹਦਾ ਹੈ, ਇਸੇ ਤਰ੍ਹਾਂ ਇਸ ਨੇਮ ਨੂੰ ਨਿਭਾਉਂਦਿਆਂ ਹੋਇਆਂ, ਮਾਲਕ ਦੇ ਚਰਨਾਂ ਵਿੱਚ ਜੁੜਦਿਆਂ ਹੋਇਆਂ ਦਿਨ ਚੜ ਜਾਂਦਾ ਹੈ। ਸੂਖਮ ਸੇਤ ਵਸਤਰ ਤਨ ਧਰੈ, ਬੈਠ ਵਹਿਰ ਸਿੱਖਨ ਅਗ ਕਰੈ। ਸਤਿਗੁਰੂ ਜੀ ਰੋਜ਼ ਦਾ ਨੇਮ ਉਸ ਤਰ੍ਹਾਂ ਕਰਨ ਤੋਂ ਬਾਅਦ ਫਿਰ ਗੁਰੂ ਕੇ ਸਵਾਰਿਓ ਥੋੜਾ ਚਿਰ ਆਰਾਮ ਕਰਦੇ ਨੇ ਤੇ ਉਸ ਤੋਂ ਬਾਅਦ ਫਿਰ ਬਾਹਰ ਆ ਕੇ ਸੂਖਮ ਵਸਤਰ, ਸੂਖਮ ਦਾ ਮਤਲਬ ਹੈ ਪਤਲੇ ਵਸਤਰ, ਤਨ ਧਰੈ ਜਿਨ੍ਹਾਂ ਦਾ ਰੰਗ ਚਿੱਟਾ ਸਵੇਤ ਵਸਤਰ ਤਨ ਧਰੈ, ਸਰੀਰ ਦੇ ਉੱਪਰ ਚਿੱਟੇ ਸੂਖਮ ਵਸਤਰ ਸਤਿਗੁਰੂ ਜੀ ਪਹਿਨਦੇ ਨੇ ਤੇ ਪਹਿਨ ਕੇ ਵਹਿ ਬੈਠ ਬੈਰ ਸਿੱਖਣ ਅਗ ਹਰੈ, ਬਾਹਰ ਬਹਿ ਕੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕਰਦੇ ਨੇ ਤੇ ਦਰਸ਼ਨ ਦੇ ਕੇ ਗੁਰੂ ਕੇ ਸਵਾਰੂ ਆਪਣੇ ਸਿੱਖਾਂ ਦੇ ਪਾਪ ਜਿਹੜੇ ਨੇ ਉਹ ਦੂਰ ਕਰਦੇ ਹਨ। ਜਥਾ ਉਦੈ ਕੋਏ ਰੱਬ ਭਗਵਾਨ, ਕਰਹਿ ਪੁਨੀਤ ਸਬੋਧ ਜਖਾਨ। ਕਹਿ ਲਗੇ ਜਿਵੇਂ ਸੂਰਜ ਚੜ ਪੈਂਦਾ ਸਵੇਰੇ, ਸਾਰੇ ਜਹਾਨ ਨੂੰ ਪਵਿੱਤਰ ਤੇ ਸਾਵਧਾਨ ਕਰ ਦਿੰਦਾ ਹੈ। ਜਿਵੇਂ ਉਹਦੀ ਲੋ ਲੱਗੀ, ਚਾਰ ਸਫੇਰੇ ਧੋਪੀ ਧੋਪੇ ਸਭ ਨੂੰ, ਸਾਰੇ ਜਾਗ ਪਏ, ਸਾਰੇ ਪਾਸੇ ਚੇਤਨਤਾ ਹੋ ਗਏ। ਤਥਾ ਗੁਰੂ ਅਰਜਨ ਹੋਏ ਜਾਹਰ, ਦਰਸ਼ਨ ਸਾਤ ਦਿਖਾਵੇ ਬਾਹਰ। ਇਸੇ ਤਰ੍ਹਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਾਹਰ ਹੋ ਕੇ ਸੰਗਤ ਵਿੱਚ ਵਿਰਾਜਮਾਨ ਹੁੰਦੇ ਨੇ, ਦਰਸ਼ਨ ਦਿਦਾਰੇ ਬਖਸ਼ਦੇ ਨੇ ਸਿੱਖਾਂ ਨੂੰ ਤੇ ਉਹਨਾਂ ਦੇ ਦਰਸ਼ਨ ਕਰਕੇ ਸਿੱਖ ਸੇਵਕ ਸ਼ਾਂਤ ਟਿਕਾ ਵਿੱਚ ਆਉਂਦੇ ਨੇ। ਭਾਵ ਸਾਰੀ ਸੰਗਤ ਨੂੰ ਗੁਰੂ ਸਾਹਿਬ ਕਿਰਪਾ ਕਰਕੇ ਦਰਸ਼ਨ ਦਿਦਾਰੇ ਬਖਸ਼ ਕੇ ਨਦਰੀ ਨਦਰ ਨਿਹਾਲ ਕਰਦੇ ਨੇ। ਗੁਰੂ ਦੇ ਦਰਸ਼ਨਾਂ ਦਾ ਕੀ ਫਲ ਹੈ ਅਸੀਂ ਬਾਣੀ ਵਿੱਚ ਪੜ੍ਹਦੇ ਹਾਂ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਜੇ ਗੁਰੂ ਕੇ ਦਰਸ਼ਨ ਪਰਸ ਲਈਏ, ਦਰਸ਼ਨ ਨੇਤਰਾਂ ਨਾਲ ਕਰਨੇ ਨੇ, ਪਰਸਨਾ ਗੁਰੂ ਕੇ ਸਵਾਰਿਓ ਹੱਥਾਂ ਨਾਲ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਗੁਰੂ ਕੇ ਦਰਸ਼ਨ ਕਰਨ ਨਾਲ, ਗੁਰੂ ਨੂੰ ਸਪਰਸ਼ ਕਰਨ ਨਾਲ ਕਹਿਣਗੇ ਜੰਮਣ ਤੇ ਮਰਨ ਜਿਹੜਾ ਹੈ ਉਹ ਮਿਟ ਜਾਂਦਾ ਹੈ। ਗਿਆਨ ਸ਼ਬਦ ਕੋ ਮਹਿਦ ਪ੍ਰਕਾਸ਼ੈ, ਭਿਖ ਪੰਕਜ ਗਨ ਦਾਸ ਬਿਗਾਸੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਨਾਮ ਦੇ ਗਿਆਨ ਨੂੰ ਬਹੁਤ ਪ੍ਰਗਟ ਕਰਦੇ ਨੇ, ਬਹੁਤ ਪ੍ਰਗਟ ਕਰਦੇ ਨੇ। ਕਹਿੰਦੇ ਭਾਈ ਨਾਮ ਜਪਿਆ ਕਰੋ, ਵੱਧ ਤੋਂ ਵੱਧ ਸਿਮਰਨ ਕਰਿਆ ਕਰੋ। ਗੁਰਬਾਣੀ ਵਿੱਚ ਵੀ ਇਹੀ ਉਪਦੇਸ਼ ਦਿੱਤਾ ਹੈ। ਉਹ ਕਹਿੰਦੇ ਨੇ ਵੀ ਦੇਰ ਨਾ ਕਰੀ, ਜਪਣ ਲੱਗਿਆ ਦੇਰ ਨਾ ਕਰੀ। ਮਤੇ ਦੇਰ ਕੀਤੀ ਸਵਾਸ ਆਇਆ, ਅਗਲਾ ਆਵੇ ਕਿ ਨਾ ਆਵੇ। ਹਰ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾ ਆਵੇ ਕੇ ਨਾ ਆਵੇ ਰਾਮ। ਹਰੀ ਨੂੰ ਜਪਦੇ ਆ, ਸਿਮਰਨ ਕਰਦੇ ਆ, ਕਹਿੰਦੇ ਦੇਰ ਨਾ ਕਰੀ।
हाँ गुरु साहब ने ये जरूर किया भी एक काम वास्ते देर जरूर कर ले। वो केड़ा है? वो है पाप करने वास्ते। जदों मन विच फुरना बने कोई गलत मलत, मन विच फुरना बने कोई गलत, कह लगे उदों वेट कर ले, उदों देर करी। पर जदों मन विच कोई चंगी गल बने, मैं बाणी पढ़ा, मैं संगत विच जावां, मैं सिमरन करा, कहते उदों देर ना करी, मते बन बदल ना जा। उन्होंने वचन कीता है, ने विलंब धर्मं, धर्म ग्रहण कर लगिया देर नहीं, विलंब पापं, पाप आवे ते उदों विलंब करना, उदों देर करनी ठीक है। ना जाने किधरे मन तब्दील हो जाए, बदल जाए, पाप तो बच जाइए। गुरु साहब जी कृपा करते ने, गुरु के सवारो कहते ने भी जप नाम देर ना लाए। हर एक सवास में पूछा जी किन्ना को जपा, कहते सास सास सिमरो गोबिंद, मन अंतर की उतरै चिंत। पूछया महाराज मैनू काम काज करने पैंदे ने, मैनू तुरना फिरना पैंदा है, मैनू बाहर अंदर जाना पैंदा है। वो कहने लगे कोई गल नहीं, इस तरह भी कर सकदा तू। उठत बैठत सोवत ध्याइए, मार्ग चलत हरे हर गाइए। तू काम काज भी कर, चंगी गल है, बाहर अंदर भी जा, पर उठदियां बैठदियां अपना ध्यान ना तू सिमरन वाल रखी। हथां नाल काम कर, दिल नाल मन नाल तू सिमरन कर। गुरु साहब जी इस तरह नाम की महत्ता बयान करते ने। कवल फुल स्वरूप सेवक सिख, जिहड़े सेवक ने उस ज्ञान स्वरूप सतगुरु दे, जिहड़े सूरजवत ने प्रकाशमान, उन्हां दे मुख तो नाम दी महिमा नूं सुन के सिख खिड़ जाते, खुश हो जाते, क्योंकि गुरु ने नाम दान इशनान दृढ़ाया। अपने सिखां दे भले वास्ते नाम दान इशनान दृढ़ाया, ये चीजां दृढ़ कराइया। सिख बहुत प्रसन्न हुंदे हन। कपट पाप तम दूर बिलाए, संत मधुप अतिशय कर खाए। कह लगे सिखां ने कपट पाप रूपी जिहड़ा अंधेरा सी, वो मनां विचों गुरु ने कृपा करके दूर कर दिता। सिखां दे मनां विचों ना कपट रहा, ना पाप रहा, ये अंधेरा दूर हो गया। इनू गुरु ने कृपा कर दिते। संत मधुप अतिशय हर खाए, जेड़े संत लोग ने ये वेख के, गुरु की महिमा वेख के, गुरु के बचनां नूं सुन के गुरु के सवारे बहुत खुश होंदे, प्रसन्न होंदे भी अज सतगुरु जी ने कृपा करके बहुत बख्शिशा कीतियां हन। जाम दिवस लग दे उपदेश, निज सेवक के कटहे कलेश। एक पैर दिन तक सतगुरु जी तखत ते बैठे रहंदे ने, सारे सिखां नूं गुरु के प्यारे उपदेश देंदे ने। एक पैर उपदेश देन तो बाद अपने सिखां सेवकां दे कलेश कटण तो बाद बहरो देग त्यार होए जावके, सूपकार तबयान जनावके। कल के इन्ने चरनों देग तैयार हो जाती है, लंगर तैयार हो जाता है, गुरु साहब का लंगर भी तैयार हो जाता है, सिख सेवकां दा सारियां संगतां दा लंगर तैयार हो जाता है। ते जेड़ा सेवादार है, लांगरी है, इन्हें चਿਰ ਨੂੰ पातशाह जी ਨੂੰ आके बेनती करदा, महाराज आप जी वास्ते देख प्रसादा पानी लंगर तैयार हो चुका है। ले संगत सगरी को संग, बैठे पंगत लाए अपंग। गुरु जी कृपा करते ने, उसे वेले सारी संगत जेड़ी बैठी हुंदी है, जिन्हों बचन बिलास सुना रहे ने गुरु के सवारे, उस संगत नूं लैके चले जाते ने।
ਤੇ ਲਿਜਾ ਕੇ ਬੈਠੇ ਪੰਗਤ ਲਾਏ ਅਭੰਗ। ਇੱਕ ਸਾਰ ਜਿੱਥੇ ਪੰਗਤ ਲੱਗਦੀ ਹੈ, ਗੁਰੂ ਕੇ ਸੰਗਤ ਸਿੱਖ ਸੇਵਕ ਪ੍ਰਸ਼ਾਦਾ ਪਾਣੀ ਛਕਦੇ ਨੇ, ਉਸ ਪੰਗਤ ਵਿੱਚ ਸਤਿਗੁਰੂ ਆਪ ਵੀ ਵਿਰਾਜਮਾਨ ਹੋ ਜਾਂਦੇ ਨੇ ਤੇ ਸਿੱਖਾਂ ਦੇ ਨਾਲ ਸੱਜ ਜਾਂਦੇ ਹਨ। ਅੰਮ੍ਰਿਤ ਭੋਜਨ ਸਭਨ ਪੁਗਾਵੈ, ਉਠੇ ਪ੍ਰਭੂ ਜਬ ਸਭ ਤ੍ਰਿਪਤਾਵੈ। ਗੁਰੂ ਕੇ ਸਵਾਰ ਸਾਰਿਆਂ ਸੰਗਤਾਂ ਵਿੱਚ ਪ੍ਰਸ਼ਾਦਾ ਪਾਣੀ ਲੰਗਰ ਵਰਤਾਇਆ ਜਾਂਦਾ ਹੈ। ਸਾਰੇ ਸਿੱਖ ਸੇਵਕ ਲੰਗਰ ਛਕ ਕੇ ਬਹੁਤ ਪ੍ਰਸੰਨ ਹੁੰਦੇ ਨੇ, ਤ੍ਰਿਪਤ ਹੁੰਦੇ ਨੇ। ਤੇ ਜਦੋਂ ਗੁਰੂ ਕੇ ਸਵਾਰ ਸਾਰੀ ਸੰਗਤ ਤ੍ਰਿਪਤ ਹੋ ਜਾਂਦੀ ਹੈ, ਫਿਰ ਸਤਿਗੁਰੂ ਉਦੋਂ ਉੱਠਦੇ ਨੇ। ਸਾਰਿਆਂ ਸਿੱਖਾਂ ਦੇ ਨੂੰ ਤ੍ਰਿਪਤ ਕਰਨ ਤੋਂ ਬਾਅਦ, ਲੰਗਰ ਛਕਾਉਣ ਤੋਂ ਬਾਅਦ, ਫਿਰ ਸਤਿਗੁਰੂ ਜੀ ਪੰਗਤ ਵਿੱਚੋਂ ਉੱਠਦੇ ਹਨ। ਲੇਟੇ ਪੁਨ ਪਰਅੰਕ ਪਰ ਜਾਏ, ਕਿਤਕ ਸਮੈ ਸੁਪਤੇ ਸੁਖ ਪਾਏ। ਪਾਤਸ਼ਾਹ ਜੀ ਉਸ ਤੋਂ ਬਾਅਦ ਜਾ ਕੇ ਗੁਰੂ ਕੇ ਸਵਾਰੋ ਪਲੰਗ ਤੇ ਲੇਟ ਜਾਂਦੇ ਨੇ। ਕਿਤਕ ਸਮੇਂ, ਕੁਝ ਸਮੇਂ ਤੋਂ ਬਾਅਦ, ਸੌਣ ਤੋਂ ਬਾਅਦ ਕੁਝ ਸਮਾਂ ਸੌਂ ਕੇ ਆਰਾਮ ਵਿੱਚ ਸਤਿਗੁਰੂ ਬਤੀਤ ਕਰਦੇ ਹਨ। ਧਾਰੇ ਦਿਵਸ ਜਬ ਉਠ ਬਿਓ ਕਰੈ, ਸਨੈ ਸਨੈ ਪੁਨ ਸੁਚਤਾ ਧਰੈ। ਫਿਰ ਕਹਿੰਦੇ ਨੇ ਗਰੀਬ ਨਵਾਜ ਪਾਤਸ਼ਾਹ ਜਦੋਂ ਢਲੇ ਦਿਨ ਉੱਠਦੇ ਨੇ, ਉੱਠਣ ਤੋਂ ਬਾਅਦ ਹੌਲੀ ਹੌਲੀ ਫਿਰ ਗੁਰੂ ਕੇ ਸਵਾਰੇ ਜਦੋਂ ਸਾਵਧਾਨ ਹੋਏ, ਫਿਰ ਗਰੀਬ ਨਵਾਜ ਪਾਤਸ਼ਾਹ ਜੀ ਆਪਣੇ ਸਿੱਖਾਂ ਸੇਵਕਾਂ ਤੇ ਕਿਰਪਾ ਕਰਨ ਵਾਸਤੇ ਉਸੇ ਤਰ੍ਹਾਂ ਫਿਰ ਦਿਆਲੂ ਨੇ। ਇਹ ਤਾਂ ਗੁਰੂ ਸਾਹਿਬ ਜੀ ਦੀ ਨਿਤ ਦੀ ਗੁਰੂ ਕੇ ਸਵਾਰੋ ਜਿਹੜੀ ਮਰਿਆਦਾ ਹੈ ਉਹ ਦੱਸੀ ਹੈ। ਪਰ ਗੁਰੂ ਸਾਹਿਬ ਭਾਵੇਂ ਸਰੀਰ ਕਰਕੇ ਵੀ ਗੁਰੂ ਕੇ ਸਵਾਰੋ ਵਿਦਮਾਨ ਸਨ ਜਾਂ ਅੱਜ ਵਿਦਮਾਨ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਸਤਿਗੁਰੂ ਹਮੇਸ਼ਾ ਹੀ ਜਾਗਦਾ। ਸਤਿਗੁਰ ਮੇਰਾ ਸਦਾ ਸਦਾ, ਨਾ ਤੇ ਉਹ ਆਉਂਦਾ ਨਾ ਜਾਂਦਾ, ਅਵਿਨਾਸ਼ੀ ਪੁਰਖ ਹੈ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਹਿਆ ਸਮਾਏ। ਦੂਸਰਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਤਿਗੁਰੂ ਜਾਗਤਾ ਹੈ ਦਿਓ। ਸਤਿਗੁਰੂ ਐਸਾ ਦੇਵਤਾ ਹੈ ਜਿਹੜਾ ਸਦਾ ਜਾਗਦਾ, ਸੌਂਦਾ ਨਹੀਂ। ਜੇ ਕਿਧਰੇ ਸਰੀਰ ਕਰਕੇ ਆਰਾਮ ਵਿੱਚ ਵੀ ਨੇ ਤੇ ਗੁਰੂ ਕੇ ਸਵਾਰੋ ਪਤਾ ਨਹੀਂ ਕਿੱਥੇ ਭਲਾ ਕਿਸੇ ਦਾ ਕਰ ਰਹੇ ਨੇ। ਹਰ ਵੇਲੇ ਗੁਰੂ ਨੇ ਭਲਾ ਹੀ ਕਰਨਾ ਹੈ। ਪਰ ਇੱਥੇ ਸਤਿਗੁਰੂ ਜੀ ਦੇ ਨਿਤ ਦੀ ਜਿਹੜੀ ਮਰਿਆਦਾ ਕਵੀ ਜੀ ਉਹ ਦੱਸਦੇ ਹਨ। ਕਿਤਕ ਘਟੀ ਤਬ ਕਥਾ ਸੁਨੰਤੇ, ਭਗਤ ਸੁ ਬ੍ਰਹਮ ਗਿਆਨ ਨਿਰਣੰਤੇ। ਉਸ ਤੋਂ ਬਾਅਦ ਗੁਰੂ ਕੇ ਸਵਾਰੋ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਫਿਰ ਦਰਬਾਰ ਸਜਦਾ ਹੈ ਤੇ ਕੁਝ ਸਮਾਂ ਗਰੀਬ ਨਵਾਜ ਪਾਤਸ਼ਾਹ ਜੀ ਕਥਾ ਸੁਣਦੇ ਨੇ। ਤੇ ਕਥਾ ਕਿਹੜੀ ਸੁਣਦੇ ਨੇ? ਭਗਤੀ ਤੇ ਬ੍ਰਹਮ ਗਿਆਨ ਦਾ ਨਿਰਣਾ ਕਰਨ ਵਾਲੀ, ਬਈ ਭਗਤੀ ਕਿਵੇਂ ਕਰਨੀ ਚਾਹੀਦੀ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇ। ਇਹ ਕਥਾ ਜਿਹੜੀ ਇਹੋ ਜੀ ਕਥਾ ਹੈ ਜਿਹੜੀ ਰੱਬ ਦੇ ਘਰ ਦਾ ਸੁਨੇਹਾ ਹੈ, ਰੱਬ ਨਾਲ ਜੁੜਨ ਦੀ ਜਿਹੜੀ ਗੱਲ ਹੈ, ਉਸ ਕਥਾ ਨੂੰ ਪਾਤਸ਼ਾਹ ਜੀ ਸ਼ਰਵਣ ਕਰਦੇ ਹਨ। ਪੁਨ ਕੀਰਤਨ ਕੋ ਵੇਲਾ ਹੋਏ, ਧਾਰੇ ਪ੍ਰੇਮ ਸੁਨਤੇ ਸਭ ਕੋਏ। ਉਸ ਤੋਂ ਬਾਅਦ ਗੁਰੂ ਕੇ ਸਵਾਰਿਓ ਕਥਾ ਤੋਂ ਬਾਅਦ ਫਿਰ ਕੀਰਤਨ ਦਾ ਵੇਲਾ ਹੋ ਜਾਂਦਾ ਹੈ। ਜਦੋਂ ਕੀਰਤਨ ਦਾ ਵੇਲਾ ਹੁੰਦਾ ਤਾਂ ਸੰਗਤਾਂ ਫਿਰ ਬੜੇ ਪ੍ਰੇਮ ਦੇ ਨਾਲ, ਉਤਸ਼ਾਹ ਦੇ ਨਾਲ ਕੀਰਤਨ ਸੁਣਦੀਆਂ ਨੇ। ਸਤਿਗੁਰੂ ਵੀ ਕੀਰਤਨ ਸੁਣਦੇ ਨੇ ਗੁਰੂ ਕੇ ਸਵਾਰਿਓ, ਕਿਉਂਕਿ ਇਹ ਦੋਵੇਂ ਜਿਹੜੀਆਂ ਕਥਾ ਕੀਰਤਨ ਜਾਂ ਢਾਡੀ ਸਿੰਘ ਵਾਰਾਂ ਰਾਹੀਂ ਗੁਰੂ ਇਤਿਹਾਸ ਸੁਣਾਉਂਦੇ ਨੇ, ਇਹ ਸਾਰੀ ਗੁਰੂ ਸਾਹਿਬ ਜੀ ਨੇ ਮਰਿਆਦਾ ਬੱਧੀ ਹੈ ਗੁਰਮਤਿ ਪ੍ਰਚਾਰ ਦੀ ਵੀ। ਗੁਰਮਤਿ ਦੀ ਸਿੱਖਿਆ ਰੋਜ਼ ਪ੍ਰਾਪਤ ਕਰੀ, ਇਸ ਤਰ੍ਹਾਂ ਤੇਰੇ ਅੰਦਰ ਸਿੱਖਿਆ ਘਰ ਕਰ ਜਾਏਗੀ ਤੇ ਤੇਰਾ ਮਨ ਰੱਬ ਵਾਲੇ ਪਾਸੇ ਤੁਰ ਪਵੇ। ਕੀਰਤਨ ਵੀ ਸੁਣਨਾ ਇਸ ਕਰਕੇ ਜ਼ਰੂਰੀ, ਕਥਾ ਵੀ ਸੁਣਨੀ ਇਸ ਕਰਕੇ ਜ਼ਰੂਰੀ, ਇਤਿਹਾਸ ਵੀ ਸੁਣਨਾ ਗੁਰੂ ਕੇ ਸਵਾਰਿਓ ਜ਼ਰੂਰੀ ਹੈ ਸਿੱਖ ਵਾਸਤੇ। ਬਾਣੀ ਵਿੱਚ ਬਚਨ ਕੀਤਾ, ਕੀਰਤਨ ਬਾਰੇ ਵੀ ਕੀਤਾ ਹੈ ਔਰ ਕਥਾ ਬਾਰੇ ਵੀ ਕੀਤਾ ਹੈ। ਕਥਾ ਕੀਰਤਨ ਸੁਖਦਾਈ ਐਸੇ ਬਚਨ ਵੀ ਕਹੇ।
ਇਹ ਵੀ ਬਚਨ ਕਹਿ ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਣਾ। ਬਈ ਕੀਰਤਨ ਵਿੱਚ ਜਾਗੀ, ਕਥਾ ਨੂੰ ਸੁਣੀ। ਪਾਤਸ਼ਾਹ ਜੀ ਗੁਰੂ ਕੇ ਸਵਾਰ ਉਸ ਵੇਲੇ ਕੀਰਤਨ ਦਾ ਵੇਲਾ ਹੁੰਦਾ ਹੈ, ਫਿਰ ਦਰਬਾਰ ਸਜਿਆ ਹੁੰਦਾ ਹੈ, ਰਬਾਬੀ ਕੀਰਤਨ ਕਰਦੇ ਨੇ, ਸਿੱਖ ਸੰਗਤਾਂ ਪਿਆਰ ਸਹਿਤ ਕੀਰਤਨ ਸੁਣਦੀਆਂ ਹਨ। ਸਤ ਸੰਗਤ ਕਰਤੇ ਬਹੁ ਕਾਲ, ਮੇਟੇ ਦਾਸਨ ਕੇ ਜਮ ਜਾਲ। ਕਹਿ ਲਗੇ ਸਤ ਸੰਗਤ ਕਰਦਿਆਂ ਇਸ ਤਰ੍ਹਾਂ ਬਹੁਤਾ ਸਮਾਂ ਬਤੀਤ ਹੁੰਦਾ ਹੈ। ਪਾਤਸ਼ਾਹ ਜੀ ਆਪਣੇ ਦਾਸਾਂ ਦੇ ਜਿਹੜੇ ਬੰਧਨ ਨੇ ਇਸ ਢੰਗ ਦੇ ਨਾਲ ਕਿਰਪਾ ਕਰਕੇ ਕੱਟਦੇ ਹਨ। ਜਾਮ ਜਾਮਨੀ ਉਠ ਉਪਦੇਸ਼ ਹੈ, ਸਿੱਖਨ ਬਖਸ਼ਿਸ਼ ਹੋਤ ਵਿਸ਼ੇਸ਼ ਹੈ। ਪਹਿਰ ਰਾਤ ਰਹਿੰਦਿਆਂ ਗੁਰੂ ਕੇ ਸਵਾਰੋ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕੇ ਸਿੱਖਾਂ ਸੇਵਕਾਂ ਦੇ ਉੱਤੇ ਬਹੁਤ ਵੱਡੀ ਗੁਰੂ ਕੇ ਸਵਾਰੋ ਪਾਤਸ਼ਾਹ ਜੀ ਬਖਸ਼ਿਸ਼ ਕਰਦੇ, ਰਹਿਮਤ ਕਰਦੇ ਨੇ ਸਾਰੇ ਸਿੱਖਾਂ ਤੇ। ਜਿਹੜਾ ਜਿਹੜਾ ਵੀ ਕੋਲ ਹੁੰਦਾ ਸਭ ਨੂੰ ਨਾਮ ਦਾ ਉਪਦੇਸ਼ ਦਿੰਦੇ ਨੇ, ਸਿਮਰਨ ਵਿੱਚ ਜੋੜਦੇ ਨੇ। ਪਿਆਰਿਓ, ਇਹ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਸਾਡੇ ਜੀਵਨ ਤੇ। ਅੱਜ ਇੱਥੇ ਹੀ ਪ੍ਰਸੰਗ ਦੀ ਵਿਚਾਰ ਦੀ ਸਮਾਪਤੀ ਕਰਦੇ ਹਾਂ। ਸਤਿਗੁਰੂ ਮਿਹਰ ਕਰਨ। ਪਿਛਲੇ ਕਈਆਂ ਦਿਨਾਂ ਤੋਂ ਤੁਹਾਡੇ ਦਰਸ਼ਨ ਦਿਦਾਰੇ ਕੀਤੇ, ਕੋਈ ਬਚਨ ਬਿਲਾਸ ਗੁਰੂ ਕੇ ਇਤਿਹਾਸ ਦਾ ਸਾਂਝਾ ਕਰਦੇ ਹਾਂ। ਗਲਤੀਆਂ ਭੁੱਲਾਂ ਹੋ ਗਈਆਂ, ਆਪ ਜੀ ਨੇ ਖਿਮਾ ਕਰ ਦੇਣਾ। ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਔਰ ਆਪ ਜੀ ਵਰਗੀਆਂ ਰੱਬ ਸਰੂਪ ਸਾਧ ਸੰਗਤਾਂ ਦਾ ਤੇ ਸਾਰੇ ਸਤਿਕਾਰਯੋਗ ਮੁੱਖ ਸੇਵਾਦਾਰ ਭਾਈ ਦਲਜੀਤ ਸਿੰਘ ਜੀ, ਭਾਈ ਜਸਵੀਰ ਸਿੰਘ ਜੀ, ਸਾਰੇ ਗੁਰੂ ਪਿਆਰੇ ਪ੍ਰਬੰਧਕਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਜੀ ਦੇ ਦਰਸ਼ਨ ਦਿਦਾਰੇ ਕਰਵਾਏ। ਗੁਰੂ ਸਾਹਿਬ ਸਤਿਗੁਰੂ ਮਿਹਰ ਕਰਨ। ਆਓ 2 ਮਿੰਟ ਸਿਮਰਨ ਵਿੱਚ ਜੁੜ ਕੇ ਸਾਰੇ ਸਮਾਪਤੀ ਕਰਾਂਗੇ। ਫਿਰ ਆਪ ਜੀ ਨੇ ਕਿਰਪਾ ਕਰਨੀ, ਗੁਰੂ ਸਾਹਿਬ ਜੀ ਦਾ ਹੁਕਮ ਹੋਇਆ, ਆਪ ਜੀ ਦੇ ਦਰਸ਼ਨ ਦਿਦਾਰੇ ਫਿਰ ਕਰਾਂਗੇ। ਇਨੀਆਂ ਬੇਨਤੀਆਂ ਪ੍ਰਵਾਨ ਸਾਰੇ ਕਿਰਪਾ ਕਰੋ ਜੀ। ਵਾਹਿਗੁਰੂ 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 ਗੁਰੂ ਸਾਹਿਬ ਮੇਰ ਕਰਨ ਸਭ ਨੂੰ ਨਾਮ ਬਾਣੀ ਦਾ ਅਭਿਆਸ ਔਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰਨ। ਪਿਆਰ ਸਹਿਤ ਫਤਿਹ ਗਜਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।